ਜੇ ਸਾਡੀ ਤਕਦੀਰ 'ਚ ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ। ਸਿੱਖਾਂ ਦੇ ਇਤਿਹਾਸ ਵਿੱਚ ਹਮੇਸ਼ਾ ਸੰਘਰਸ਼ ਚੱਲਦਾ ਹੀ ਰਿਹਾ ਹੈ ਔਰ ਇਸ ਸੰਘਰਸ਼ ਵਿੱਚ ਵੀ ਜਦੋਂ ਜਿੱਤ ਹੋਈ ਹੈ, ਕਿਸ ਦਿਨ ਹੋਈ ਹੈ, ਉਹ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖ? ਤਸੱਲੀ ਵਾਲੀ ਗੱਲ ਤਾਂ ਹੈ ਕਿ ਗੁਰੂ ਸਾਹਿਬ ਜੀ ਦੇ ਗੁਰਪੁਰਬ ਮੌਕੇ ਭਾਰਤੀ ਪ੍ਰਧਾਨ ਮੰਤਰੀ ਇਸ ਨੂੰ ਇਸ ਤਰ੍ਹਾਂ ਐਲਾਨ ਦਾ ਕਿ ਮੈਂ ਬਿੱਲ ਵਾਪਸ ਲੈ ਰਿਹਾ, ਤਾਂ ਹੁਣ ਤਾਂ ਚਲੋ ਉਹ ਕਾਨੂੰਨੀ ਤੌਰ 'ਤੇ ਵੀ ਰੱਦ ਹੋ ਚੁੱਕੇ ਆ। ਜਿੱਤ ਤੋਂ ਇਕੱਲਾ ਸੰਤੁਸ਼ਟ ਹੋ ਜਾਣਾ ਜਾਂ ਇੱਥੇ ਕੋਈ ਖੁਸ਼ੀ ਦੀਆਂ ਜੱਲੀਆਂ ਪਾਈ ਜਾਣੀਆਂ, ਗੱਲ ਇੱਥੇ ਮਾਫਕ ਨਹੀਂ ਗੀ। ਅਗਾਂਹ ਅਗੇਤਾ ਸੰਘਰਸ਼ ਤੁਹਾਨੂੰ ਉਡੀਕ ਰਿਹਾ ਵੀ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਆਗੂ ਆ ਕਿ ਉਸਨੇ ਸ਼ੁਰੂ ਦੇ ਵਿੱਚ ਇਹ ਧਰਮ ਤੋਂ ਬੇਗਾਨਗੀ, ਜਦ ਕਿ ਉਹ ਵੇਖਣ ਨੂੰ ਤਾਂ ਉਹਦੇ ਗਾਤਰੇ ਵੀ ਕਿਰਪਾਨ ਆ ਜਾਂ ਸਿਰ 'ਤੇ ਪੱਗ ਸਜਾਉਂਦਾ ਉਹ, ਪਰ ਇਹ ਕਹਿਣਾ ਕਿ ਤੁਸੀਂ ਜੀ ਆਪਣੇ ਨਿਸ਼ਾਨ ਜਿਹੜੇ ਆ ਧਾਰਮਿਕ ਨਿਸ਼ਾਨ ਆ ਟਰੈਕਟਰਾਂ ਤੋਂ ਜਾਂ ਸਾਧਨਾਂ ਤੋਂ ਲਾ ਲਓ, ਜਾਂ ਇਹ ਕਹਿਣਾ ਕਿ ਨਿਹੰਗ ਸਿੰਘ ਉਹ ਵਾਪਸ ਆ ਜੋ, ਇਹ ਕੋਈ ਗੱਲ ਚੰਗੀ ਨਹੀਂ ਸੀ। ਉਸ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਮੋਦੀ ਦੀ ਉਸ ਸਟੇਟਮੈਂਟ ਨੂੰ ਵਾਚਿਆ ਗਿਆ ਹੋਵੇ ਜਾਂ ਉਹਦਾ ਐਨਾਲਿਸਿਸ ਹੋਇਆ ਗਿਆ ਹੋਵੇ ਜਦੋਂ ਕਹਿੰਦਾ ਕਿ ਸ਼ਾਇਦ ਮੇਰੀ ਤਪੱਸਿਆ ਦੇ ਵਿੱਚ ਕੋਈ ਕਸਰ ਰਹਿ ਗਈ ਕਿ ਅਸੀਂ ਸਮਝਾ ਨਹੀਂ ਸਕੇ। ਉਹਦੀ ਤਪੱਸਿਆ ਕੀ ਆ? ਉਹਦੀ ਤਪੱਸਿਆ ਇਹ ਆ ਕਿ ਜਿਹੜਾ 6 ਕਿਸਾਨਾਂ ਨੂੰ ਦਰੜਿਆ ਗਿਆ, ਇੱਥੇ ਜਿਹੜੇ ਲੋਕ ਆ ਠੰਡ 'ਚ ਮਰਦੇ ਰਹੇ, ਸਾਡੇ ਨੌਜਵਾਨ ਜਿਹੜੇ ਆ ਉਹ ਆਉਂਦੇ ਹੋਏ ਸਾਧਨਾਂ ਦਾ ਐਕਸੀਡੈਂਟਾਂ ਦੇ ਭੇਟ ਚੜ੍ਹਦੇ ਰਹੇ, ਇਹ ਤਪੱਸਿਆ ਵਾ ਜਿਹੜੀ ਫਤਿਹ ਆਪਣੇ ਪ੍ਰਾਣ ਦੇ ਕੇ ਭਾਈ ਨਵਰੀਤ ਸਿੰਘ ਹੋਣਾ ਨੇ, ਜਾਂ ਜਿਹੜੇ ਕਿਸਾਨਾਂ ਨੂੰ ਹੰਕਾਰੇ ਹੋਏ ਸੱਤਾਧਾਰੀ ਬੀਜੇਪੀ ਦੇ ਗੁੰਡਿਆਂ ਵੱਲੋਂ ਲਖੀਮਪੁਰ ਖੀਰੀ ਦੇ ਵਿੱਚ ਤਰੜ ਦਿੱਤਾ ਗਿਆ, ਇਹਨਾਂ ਸ਼ਹਾਦਤਾਂ ਦੇ ਸਿਰ ਸਦਕਾ ਉਹਨੇ ਉੱਚਿਆਂ ਸਿਰਾਂ ਦੇ ਕਰਕੇ ਇਹ ਜਿਹੜਾ ਸੰਘਰਸ਼ ਆ ਕਿਸਾਨਾਂ ਨੇ ਜਿੱਤਿਆ। ਜੇ ਸਾਡੀ ਤਕਦੀਰ 'ਚ ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ। ਫਤਿਹ ਜਿਹੜੀ ਹੈ ਉਹ ਹਾਸਿਲ ਕਰ ਚੁੱਕੇ ਨੇ ਕਿਸਾਨ। ਦਿੱਲੀ ਦੇ ਵਿੱਚ ਮੋਰਚਾ ਲਾ ਕੇ ਬੈਠੇ ਸੀਗੇ। ਬਹੁਤ ਵੱਡੀ ਗੱਲ ਹੈ। ਫਤਿਹ ਤਾਂ ਕਹਿ ਰਹੇ ਹਾਂ ਕਿਉਂਕਿ 3 ਕਾਨੂੰਨ ਜਿਨ੍ਹਾਂ ਦੇ ਉੱਪਰ ਸਰਕਾਰ ਟਸ ਤੋਂ ਮਸ ਨਹੀਂ ਸੀ ਹੋ ਰਹੀ, ਹਮੇਸ਼ਾ ਇਹੀ ਕਹਿਣਾ ਸੀਗਾ ਕਾਨੂੰਨ ਅੱਛੇ ਹੈ, ਕਾਨੂੰਨ ਅੱਛੇ ਹੈ, ਪਰ ਉਹ ਕਾਨੂੰਨ ਆਖਿਰਕਾਰ ਸਰਕਾਰ ਨੂੰ ਵਾਪਸ ਲੈਣੇ ਪਏ। ਔਰ ਵਾਪਸ ਕਿਸ ਦਿਨ ਲੈਣੇ? ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸੀਗਾ, ਗੁਰਬਾਣੀ ਦੀਆਂ ਤੁਕਾਂ ਬੋਲੀਆਂ ਜਾਂਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ, ਤੇ ਉਸ ਤੋਂ ਬਾਅਦ ਫਿਰ ਇਹ ਕਿਹਾ ਜਾਂਦਾ ਹੈ ਕਿ ਉਹ ਕਿਸ ਪ੍ਰਕਾਰ ਸਿੱਖਾਂ ਨੂੰ ਇਹ ਸਿੱਧਾ ਕਹਿ ਰਹੇ ਨੇ ਕਿ ਅੱਜ ਗੁਰਪੁਰਬ ਦੇ ਦਿਨ ਅਸੀਂ ਇਹ ਬਿੱਲ ਜਿਹੜੇ ਆ ਉਹ ਵਾਪਸ ਲੈ ਰਹੇ ਹਾਂ। ਸੋ ਸਾਡੇ ਨਾਲ ਮੌਜੂਦ ਨੇ ਭਾਈ ਪੱਪਲਪ੍ਰੀਤ ਸਿੰਘ ਹੋਣੀ। ਤਾਂ ਇਹ ਸਾਰਾ ਕਿਸ ਪ੍ਰਕਾਰ ਘਟਨਾਕ੍ਰਮ ਹੋਇਆ, ਦਿੱਲੀ ਦੇ ਵਿੱਚ ਬੈਠੇ ਕਿਸਾਨਾਂ ਨੇ ਕਿਸ ਤਰ੍ਹਾਂ ਇਹ ਮੋਰਚਾ ਫਤਿਹ ਵੱਲ ਨੂੰ ਲੈ ਕੇ ਆਂਦਾ, ਔਰ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਸੀਗੀਆਂ ਜਿਹੜਾ ਇੰਨਾ ਲੰਬਾ ਸਮਾਂ ਇਹ ਸੰਘਰਸ਼ ਜਿਹੜਾ ਉਹ ਲੜਿਆ ਗਿਆ। ਸੋ ਅਸੀਂ ਜਾਣਦੇ ਹਾਂ। ਸਭ ਤੋਂ ਪਹਿਲਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ ਜੀ, ਸੰਘਰਸ਼ ਬਹੁਤ ਲੰਬਾ ਸਮਾਂ ਚੱਲਿਆ। ਚਾਚਾ ਅਜੀਤ ਸਿੰਘ ਹੋਣਾ ਦਾ ਸੰਘਰਸ਼ ਅਸੀਂ ਦੇਖਦੇ ਹਾਂ 9 ਮਹੀਨੇ ਸੀਗਾ। ਸਿੱਖਾਂ ਦੇ ਇਤਿਹਾਸ ਵਿੱਚ ਹਮੇਸ਼ਾ ਸੰਘਰਸ਼ ਚੱਲਦਾ ਹੀ ਰਿਹਾ ਹੈ ਔਰ ਇਸ ਸੰਘਰਸ਼ ਵਿੱਚ ਵੀ ਜਦੋਂ ਜਿੱਤ ਹੋਈ ਹੈ, ਕਿਸ ਦਿਨ ਹੋਈ ਹੈ, ਉਹ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਐਲਾਨ ਕਰਨਾ ਕਿ ਅਸੀਂ 3 ਖੇਤੀ ਕਾਨੂੰਨ ਜਿਹੜੇ ਕਿ ਮਾਰੂ ਸਨ ਕਿਸਾਨਾਂ ਲਈ, ਉਹਨਾਂ ਦੀ ਜ਼ਮੀਨਾਂ ਖੋਹਣ ਵਾਲੇ ਸਨ, ਉਹਨੂੰ ਵਾਪਸ ਲੈ ਰਹੇ ਹਾਂ। ਇਹ ਬਸ਼ਰਤੇ ਇਹ ਜਿੱਤ ਆ। ਇਹਦੇ ਵਿੱਚ ਜਿਹੜਾ ਸਭ ਤੋਂ ਵਧੇਰੇ ਯੋਗਦਾਨ ਪੰਜਾਬ ਦੇ ਸਿੱਖ ਕਿਸਾਨਾਂ ਦਾ ਰਿਹਾ, ਜਾਂ ਹੋਰ ਵੀ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੇ ਸਿੱਖ ਕਿਸਾਨ ਵਸਦੇ ਆ, ਉਸ ਤੋਂ ਇਲਾਵਾ ਹੋਰ ਵੀ ਜਾਟ ਭਾਈਚਾਰਾ ਜਾਂ ਜਿਹੜੇ ਵੀ ਇਹ ਵਾਹੀ ਜੋਤੀ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਜਾਂ ਇਸ ਤੋਂ ਇਲਾਵਾ ਜਿਹੜੇ ਵਾਹੀ ਜੋਤੀ ਨਹੀਂ ਵੀ ਕਰਦੇ, ਉਹਨਾਂ ਨੇ ਵੀ ਬੜਾ ਸੰਘਰਸ਼ ਕੀਤਾ। ਇਹਦੇ ਵਿੱਚ 750 ਦੇ ਕਰੀਬ ਕੁਰਬਾਨੀਆਂ ਹੋਈਆਂ, ਜਿਹਦੇ ਵਿਚਾਲੇ ਕੁਛ ਸ਼ਹਾਦਤਾਂ ਵੀ ਹੋਈਆਂ। ਸ਼ਹਾਦਤ ਵਿੱਚ ਪ੍ਰਥਮ ਰੂਪ ਦੇ ਵਿੱਚ ਭਾਈ ਨਵਰੀਤ ਸਿੰਘ ਜੀ ਦੀ ਸ਼ਹਾਦਤ ਜਿਹੜੇ ਉੱਤਰਾਖੰਡ ਨਾਲ ਸੰਬੰਧਿਤ ਹੋਏ ਆ। ਫਿਰ ਇਸੇ ਤਰ੍ਹਾਂ ਜਿਹੜੀਆਂ ਲਖੀਮਪੁਰ ਖੀਰੀ ਦੇ ਵਿੱਚ ਵੀ ਸ਼ਹਾਦਤਾਂ ਹੋਈਆਂ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਵੱਲੋਂ ਆਸ਼ੀਸ਼ ਕੁਮਾਰ ਹੈ ਤਾਂ ਉਹ ਹਿੰਦੂ ਹੀ ਆ ਕੋਈ, ਸੋ ਇੱਕ ਮੈਂਬਰ ਪਾਰਲੀਮੈਂਟ ਦਾ ਪੁੱਤਰ, ਸੋ ਉਹਨੇ ਕਿਸ ਤਰੀਕੇ ਨਾਲ ਆਪਣੀ ਕਾਰ ਦੇ ਹੇਠ ਸਿੱਖ ਕਿਸਾਨਾਂ ਨੂੰ ਰੌਂਦਿਆ। ਇੱਕ ਪੱਤਰਕਾਰ ਦੀ ਵੀ ਜਿਹੜੀ ਆ ਉੱਥੇ ਕੁਰਬਾਨੀ ਹੋਈ ਆ। ਸੋ ਇਹ ਕੁਛ ਜਿਹੜਾ ਵਾਪਰਨਾ, ਤੇ ਕੁੱਲ ਮਿਲਾ ਕੇ ਇਹ ਬੜੀ ਵੱਡੀ ਜਿੱਤ ਆ
ਪਰ ਜਿੱਤ ਤੋਂ ਇਕੱਲਾ ਸੰਤੁਸ਼ਟ ਹੋ ਜਾਣਾ ਜਾਂ ਇੱਥੇ ਕੋਈ ਖੁਸ਼ੀ ਦੀਆਂ ਜੱਲੀਆਂ ਪਾਈ ਜਾਣੀਆਂ, ਗੱਲ ਇੱਥੇ ਮਾਫਕ ਨਹੀਂ ਗਈ। ਅਗਾਂਹ ਅਗੇਤਾ ਸੰਘਰਸ਼ ਤੁਹਾਨੂੰ ਉਡੀਕ ਰਿਹਾ ਕਿ ਕਿਵੇਂ ਕਿਸ ਤਰ੍ਹਾਂ ਤੁਹਾਡੇ ਖਿੱਤੇ ਨੂੰ ਕਬਜ਼ਾਇਆ ਜਾ ਰਿਹਾ, ਕਿਵੇਂ ਇੱਥੋਂ ਦੇ ਵਸੀਲਿਆਂ ਨੂੰ ਵਰਤਿਆ ਜਾ ਰਿਹਾ, ਵਸੀਲਿਆਂ ਨੂੰ ਖੋਰਿਆ ਜਾ ਰਿਹਾ, ਅਤੇ ਸਾਡਾ ਪਾਣੀ, ਸਾਡੀ ਧਰਤੀ ਜਿਹੜੀ ਆ ਉਹ ਕਹਿ ਲਓ ਬੁਰੇ ਪਾਸੇ ਨੂੰ ਵੱਧ ਰਹੀ ਆ। ਸੋ ਸਾਨੂੰ ਫਿਕਰਮੰਦ ਹੋਣਾ ਚਾਹੀਦਾ। ਸੋ ਇਹ ਤਸੱਲੀ ਵਾਲੀ ਗੱਲ ਤਾਂ ਹੈ ਕਿ ਗੁਰੂ ਸਾਹਿਬ ਜੀ ਦੇ ਗੁਰਪੁਰਬ ਮੌਕੇ ਭਾਰਤੀ ਪ੍ਰਧਾਨ ਮੰਤਰੀ ਇਸ ਨੂੰ ਇਸ ਤਰ੍ਹਾਂ ਐਲਾਨ ਦਾ ਕਿ ਮੈਂ ਬਿੱਲ ਵਾਪਸ ਲੈ ਰਿਹਾ, ਤਾਂ ਹੁਣ ਤਾਂ ਚਲੋ ਉਹ ਕਾਨੂੰਨੀ ਤੌਰ 'ਤੇ ਵੀ ਰੱਦ ਹੋ ਚੁੱਕੇ ਆ। ਸੋ ਕੁਝ ਹੱਦ ਤੱਕ ਅਜੇ ਵੀ ਸੰਘਰਸ਼ ਜਾਰੀ ਹੈ, ਕੁਛ MSP ਜਾਂ ਹੋਰ ਗੱਲਾਂ ਨੂੰ ਲੈ ਕੇ ਵੀ। ਪਰ ਇੱਥੇ ਗੱਲ ਇਹ ਕਰੀਏ ਕਿ ਕਿਵੇਂ ਸਿੱਖੀ ਨੂੰ ਬੇਗਾਨਗੀ ਦੇ ਨਾਲ ਕਿਸਾਨ ਆਗੂ ਪੇਸ਼ ਆਏ, ਖਾਸ ਤੌਰ 'ਤੇ ਜਿਸ ਦੀ ਸ਼ੁਰੂਆਤ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ, ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਆਗੂ ਆ, ਕਿ ਉਸਨੇ ਸ਼ੁਰੂ ਦੇ ਵਿੱਚ ਇਹ ਧਰਮ ਤੋਂ ਬੇਗਾਨਗੀ, ਜਦ ਕਿ ਉਹ ਵੇਖਣ ਨੂੰ ਤਾਂ ਉਹਦੇ ਗਾਤਰੇ ਵੀ ਕਿਰਪਾਨ ਆ ਜਾਂ ਸਿਰ 'ਤੇ ਪੱਗ ਸਜਾਉਂਦਾ ਉਹ, ਪਰ ਇਹ ਕਹਿਣਾ ਕਿ ਤੁਸੀਂ ਜੀ ਆਪਣੇ ਨਿਸ਼ਾਨ ਜਿਹੜੇ ਆ, ਧਾਰਮਿਕ ਨਿਸ਼ਾਨ ਆ, ਟਰੈਕਟਰਾਂ ਤੋਂ ਜਾਂ ਸਾਧਨਾਂ ਤੋਂ ਲਾਹ ਲਓ, ਜਾਂ ਇਹ ਕਹਿਣਾ ਕਿ ਨਿਹੰਗ ਸਿੰਘੋ ਵਾਪਸ ਚੱਲ ਜਾਓ, ਇਹ ਕੋਈ ਗੱਲ ਚੰਗੀ ਨਹੀਂ ਸੀ ਉਸ ਵੇਲੇ। ਉਹਦਾ ਕਾਰਨ ਵੀ ਦੱਸ ਦਿਓ, ਜੇ ਮੈਂ ਵਿੱਚੋਂ ਤੁਹਾਨੂੰ ਥੋੜਾ ਜਿਹਾ ਟੋਕ ਕੇ ਦੱਸਾਂ ਕਿ ਨੈਸ਼ਨਲ ਮੀਡੀਆ ਦੇ ਉੱਤੇ ਪ੍ਰਸਾਰਿਤ ਹੁੰਦਾ ਹੈ ਕਿ ਖਾਲਿਸਤਾਨ ਹੈ, ਤਾਂ ਇਹ ਜਵਾਬ ਦਿੰਦੇ ਨੇ ਰਾਜੇਵਾਲ ਉਹਦਾ ਕਿ ਅਸੀਂ ਉਸ ਨੂੰ ਦੇਖ ਕੇ ਕਿਹਾ ਸੀ ਤੁਸੀਂ ਨਿਸ਼ਾਨ ਸਾਹਿਬ ਦਾ। ਤੁਸੀਂ ਨੈਸ਼ਨਲ ਚੈਨਲਸ ਦੀ ਗੱਲ ਕੀਤੀ, ਤੇ ਜੋ ਰਾਜੇਵਾਲ ਦੇ ਅੰਦਰ ਬੋਲਿਆ ਉਹ ਨੈਸ਼ਨਲਿਜ਼ਮ ਆ, ਜਿਹੜਾ ਰਾਸ਼ਟਰਵਾਦ ਆ, ਭਾਰਤੀ ਰਾਸ਼ਟਰਵਾਦ ਆ। ਜਦੋਂ ਕਾਂਗਰਸ ਦੇ ਰੂਪ 'ਚ ਹੁੰਦਾ ਤੇ ਉਹ ਭਾਰਤੀ ਰਾਸ਼ਟਰਵਾਦ ਹੁੰਦਾ, ਜਦੋਂ BJP ਦੇ ਕੋਲ ਹੁੰਦਾ ਤੇ ਉਹ ਭਾਰਤੀ ਹਿੰਦੂ ਰਾਸ਼ਟਰਵਾਦ ਹੁੰਦਾ। ਇਹ ਥੋੜ੍ਹਾ ਜਿਹਾ ਫਰਕ ਆ, ਕੋਈ ਬਹੁਤਾ ਨਹੀਂ ਗਾ ਫਰਕ, ਕਿਉਂਕਿ ਜਦੋਂ ਇਹ ਤਾਕਤਾਂ ਸਿੱਖਾਂ ਨੂੰ ਦਰੜਦੀਆਂ ਤਾਂ ਉਹਨਾਂ ਦਾ ਰੂਪ ਉਹੀ ਹੁੰਦਾ, ਓਨਾ ਹੀ ਭਿਆਨਕ ਹੁੰਦਾ। ਚਾਹੇ ਮੌਜੂਦਾ ਹਾਲ ਦੇ ਵਿੱਚ ਗੱਲ ਕਰੀਏ ਤਾਂ ਕਿਸਾਨੀ ਸੰਘਰਸ਼ ਦੀ, ਜਾਂ ਹੋਰ ਵੀ ਸਾਡੇ ਸਿੱਖਾਂ ਨੂੰ ਜਿਹੜਾ ਸਮੇਂ-ਸਮੇਂ 'ਤੇ ਕੇਸਾਂ 'ਚ ਉਲਝਾਇਆ ਜਾਂਦਾ, ਜਾਂ ਪਿਛੋਕੜ ਦੇ ਵਿੱਚ ਇੰਦਰਾ ਦੇ ਰੂਪ 'ਚ ਜਾਂ ਰਾਜੀਵ ਦੇ ਰੂਪ ਦੇ ਵਿੱਚ, ਜਾਂ ਉਸ ਤੋਂ ਪਹਿਲਾਂ ਵੀ ਨਹਿਰੂ ਗਾਂਧੀ ਪੋਲਿਟਿਕਸ ਜਿਹੜੀ ਰਹੀ ਆ, ਅਤੇ ਕਿਵੇਂ ਸਿੱਖਾਂ ਨੂੰ ਖਤਮ ਕੀਤਾ ਗਿਆ, ਸ਼ਹਾਦਤਾਂ ਅਣਗਿਣਤ ਹੋਈਆਂ। ਸੋ ਇੱਥੇ ਇੱਕ ਚੀਜ਼ ਵੇਖੋ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਮੋਦੀ ਦੀ ਉਸ ਸਟੇਟਮੈਂਟ ਨੂੰ ਵਾਚਿਆ ਗਿਆ ਹੋਵੇ ਜਾਂ ਉਹਦਾ ਐਨਾਲਿਸਿਸ ਹੋਇਆ ਗਿਆ ਹੋਵੇ, ਜਦੋਂ ਕਹਿੰਦਾ ਕਿ ਸ਼ਾਇਦ ਮੇਰੀ ਤਪੱਸਿਆ ਦੇ ਵਿੱਚ ਕੋਈ ਕਸਰ ਰਹਿ ਗਈ ਕਿ ਅਸੀਂ ਸਮਝਾ ਨਹੀਂ ਸਕੇ। ਉਹਦੀ ਤਪੱਸਿਆ ਕੀ ਆ? ਉਹਦੀ ਤਪੱਸਿਆ ਇਹ ਆ ਕਿ ਜਿਹੜਾ ਛੇ ਕਿਸਾਨਾਂ ਨੂੰ ਦਰੜਿਆ ਗਿਆ, ਇੱਥੇ ਜਿਹੜੇ ਲੋਕ ਆ ਠੰਡ 'ਚ ਮਰਦੇ ਰਹੇ, ਸਾਡੇ ਨੌਜਵਾਨ ਜਿਹੜੇ ਆ ਉਹ ਆਉਂਦੇ ਹੋਏ ਸਾਧਨਾਂ ਦਾ ਐਕਸੀਡੈਂਟਾਂ ਦੇ ਭੇਟ ਚੜ੍ਹਦੇ ਰਹੇ, ਇਹ ਤਪੱਸਿਆ ਵਾ। ਸੋ ਉਹ ਬਹੁਤ ਮਕਾਰ ਰੂਪ ਦੇ ਵਿੱਚ ਇੱਕ ਛਾਤਰਤਾ ਹੁੰਦੀ ਹੈ ਨਾ, ਉਹਦੀਆਂ ਕਈ ਹੱਦਾਂ ਪਾਰ ਕਰਦਾ ਹੋਇਆ ਇਹ ਇੱਕ ਫੇਰ ਆਪਣਾ ਇੱਕ ਮੋਮੋ ਠੱਗਣਾ ਰੂਪ ਜਿਹੜਾ ਸਾਹਮਣੇ ਲਿਆ ਰਿਹਾ। ਘਰਾਂ ਨੂੰ ਜਾਂਦੀਆਂ ਸਾਡੀਆਂ ਮਾਈਆਂ ਦਰੜੀਆਂ ਦੀ, ਹਾਂਜੀ, ਬਹੁਤ ਕੁਛ ਹੋਇਆ, ਕਹਿਰ ਹੋਇਆ। ਸੋ ਇਹ ਜਿਹੜੀਆਂ ਲੋਕਾਂ ਦੀਆਂ ਕੁਰਬਾਨੀਆਂ ਉਹ ਬਹੁਤ ਕਮਾਲ ਦੀਆਂ ਹੋਈਆਂ। ਉਹਨਾਂ ਨੇ ਇਹ ਦੁਹਰਾਇਆ ਕਿ ਮੰਨ ਲਓ ਕਿ ਕਿਸੇ ਦੇ ਘਰ ਜਦੋਂ ਆਮ ਤੌਰ 'ਤੇ ਘਰ 'ਚ ਵਸਦੇ ਆ, ਕਿਸੇ ਵੱਲ ਮੌਤ ਹੋ ਜੇ ਤੇ ਇੱਕ ਮਾਤਮ ਛਾ ਜਾਂਦਾ, ਉਸ ਮਾਤਮ ਦੇ ਵਿਚਾਲੇ ਸੰਘਰਸ਼ ਜਾਰੀ ਰੱਖਣਾ। ਹੁਣ ਮੰਨ ਲਓ ਕਿਸੇ ਤੁਸੀਂ ਤੰਬੂ 'ਚ ਰੁਕੇ ਹੋਏ ਹੋ ਜਾਂ ਕਿਤੇ ਵੀ ਕੋਈ ਟਰਾਲੀ 'ਚ ਰੁਕਿਆ ਹੋਇਆ, ਹੁਣ ਉਸ ਟਰਾਲੀ 'ਚ ਜੇ 8-10 ਜਾਣੇ ਰਹਿ ਰਹੇ, ਉਹਨਾਂ ਦੇ ਵਿੱਚੋਂ ਇੱਕ ਜਾਣਾ ਨਹੀਂ ਰਹਿੰਦਾ ਉਸ ਸੰਘਰਸ਼ ਦੇ ਦੌਰਾਨ, ਬੰਦਿਆਂ ਦਾ ਮਨੋਬਲ ਤਾਂ ਟੁੱਟਦਾ ਨਾ। ਅਸੀਂ ਲੱਖ ਕਹੀਏ ਜੀ ਹਾਂਜੀ ਫਰਕ ਨਹੀਂ ਪੈਂਦਾ, ਪਰ ਆਖਰ ਨੂੰ ਉਹਦੇ ਬਾਵਜੂਦ ਵੀ ਬੰਦਿਆਂ ਦਾ ਟਿਕੇ ਰਹਿਣਾ ਇਹ ਬਹੁਤ ਵੱਡੀ ਗੱਲ ਆ। ਸੋ ਮੈਂ ਇਹ ਮੰਨਦਾ ਕਿ ਪੰਜਾਬ ਦੀ ਜਵਾਨੀ ਨੇ ਵੀ ਤੇ ਕੁੱਲ ਮਿਲਾ ਕੇ ਸਿੱਖਾਂ ਨੇ ਵੀ, ਜਾਂ ਕਿਸਾਨਾਂ ਦੀ ਵੀ ਗੱਲ ਕਰੀਏ, ਸਾਰੇ ਕੁੱਲ ਆਲਮ ਦੀ ਜਿਹੜਾ ਇਸ ਦੌਰ ਦੇ ਨਾਲ ਜੁੜਿਆ ਹੋਇਆ, ਉਹਨਾਂ ਵਿੱਚ ਇੱਕ ਵੱਡੀ ਅਵੇਅਰਨੈਸ ਆਈ ਆ। ਅਵੇਅਰਨੈਸ ਇਸ ਤਰ੍ਹਾਂ ਦੀ ਆ ਕਿ ਤੁਸੀਂ ਜਦੋਂ ਮੇਰੇ ਵਰਗਾ ਬੰਦਾ, ਜਦੋਂ ਐਕਟੀਵਿਸਟ ਇਹ ਕਹਿੰਦਾ ਜੀ ਸਾਡੇ ਨਾਲ ਧੱਕਾ ਹੋਇਆ, ਸਾਨੂੰ ਸਮਝਾਉਣ 'ਚ ਤੰਗੀ ਆਉਂਦੀ ਸੀ। ਅਸੀਂ ਵਾਰ-ਵਾਰ ਕਹਿੰਦੇ ਸਾਂ ਕਿ ਸਾਡੇ ਨਾਲ ਇੱਦਾਂ ਹੋਇਆ। ਹੁਣ ਸਾਡੇ ਲਈ ਇਹ ਗੱਲ ਵੀ ਕਹਿਣੀ ਸੌਖੀ ਹੋਈ ਆ ਕਿ ਧੱਕੇ ਤੁਸੀਂ ਤਾਜ਼ਾ ਵੇਖ ਲਓ, ਹੁਣੇ ਤਾਜ਼ਾ ਧੱਕੇ ਵੇਖ ਲਓ ਵੀ ਕਿਵੇਂ ਕਿਸਾਨਾਂ ਨੂੰ ਦਰੜਿਆ ਗਿਆ, ਕਿਵੇਂ ਇਹਨਾਂ ਦੀਆਂ ਇਸ ਤਰੀਕੇ ਨਾਲ ਸ਼ਹਾਦਤਾਂ ਵੀ ਹੋਈਆਂ। ਸੋ ਇਹ ਬਿਲਕੁਲ ਕੰਨਾਂ ਨੂੰ ਬੋਲੇ ਕਰਕੇ ਜਿਹੜਾ ਸੱਤਾਧਾਰੀ ਲੋਕ ਨੇ, ਇਹ ਸਿਰਫ ਆਪਣੇ ਪੋਲਿਟਿਕਸ ਦੇ ਇੰਟਰਸਟ ਨੂੰ ਵੇਖਦੇ ਹੋਏ ਕਿ ਅਸੀਂ ਕਾਰਪੋਰੇਟ ਘਰਾਣਿਆਂ ਤੋਂ ਆਪਣੇ ਮਫਾਦ ਲੈ ਲਈਏ, ਸਾਡੀਆਂ ਆਉਣ ਵਾਲੀਆਂ ਕੁਲਾਂ ਜਿਹੜੀਆਂ ਨੇ ਉਹ ਰਾਜ ਕਰਨ ਦੇ ਯੋਗ ਹੋ ਜਾਣ, ਉਸ ਚੀਜ਼ ਨੂੰ ਵੇਖਦੇ ਹੋਏ। ਪਰ ਇੱਧਰ ਵੀ ਗੱਲ ਕੁਲਾਂ ਦੀ ਆ। ਜੇ ਕਿਸਾਨ ਦੀ 1 ਏਕੜ ਵੀ ਜ਼ਮੀਨ ਖੁੱਸਦੀ ਆ ਜਾਂ ਇੱਕ ਮਰਲਾ ਵੀ ਖੁੱਸਦੀ ਆ, ਤੇ ਉਹਦਾ ਅਸਰ ਜਿਹੜਾ ਸਾਡੀਆਂ ਅਗਲੀਆਂ ਪੀੜ੍ਹੀਆਂ 'ਤੇ ਪੈਂਦਾ। ਸੋ ਇੱਕ ਐਗਜ਼ਾਮਪਲ ਆ, ਪੰਜਾਬ ਕੋਲ ਆਪਣੇ ਪਾਣੀ ਨਹੀਂ, ਤੇ ਕਿਵੇਂ ਜਿਹੜਾ ਹਾਲ ਆ ਕਿ ਨਹਿਰਾਂ ਸੁੱਕ ਜਾਂਦੀਆਂ ਜਦੋਂ, ਤੇ ਕੀ ਹਾਲ ਹੁੰਦਾ ਵਾ ਕਿਸਾਨ ਦੇ ਉੱਤੇ ਬੀਤਦੀ ਹੈ ਜਦੋਂ ਸੋਕਾ ਦੀ ਪੈਲੀ 'ਚ ਪੈਂਦਾ, ਕਿੱਦਾਂ ਉਹ ਮਹਿੰਗਾ ਡੀਜ਼ਲ ਬਾਲ ਕੇ ਤੇ ਕਿਵੇਂ ਆਪਣੀ ਜ਼ਮੀਨ ਹੇਠੋਂ ਪਾਣੀ ਕੱਢ ਕੇ ਤੇ ਉਹ ਆਪਣਾ ਵੇਲਾ ਸਾਰਦਾ।
ਸੋ ਜਿੰਨਾ ਪੰਜਾਬ ਕੋਲ ਪਾਣੀ ਆ, ਇਹ ਅੰਕੜੇ ਆ ਕਿ 76% ਦੇ ਕਰੀਬ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ। 24% ਸਾਡੇ ਕੋਲ ਆ। ਸੋ ਅਜਿਹੀਆਂ ਸੱਚਾਈਆਂ ਜਿਹੜੀਆਂ ਨੇ ਉਹ ਇਸ ਸੰਘਰਸ਼ ਦੇ ਵਿੱਚ ਹੋਰ ਵੀ ਉਤਲੇ ਰੂਪ ਦੇ ਵਿੱਚ ਆਉਣੀਆਂ ਚਾਹੀਦੀਆਂ ਸੀ, ਪਰ ਉਹ ਸੀਮਤ ਰਹੀਆਂ। ਇਹ ਇੱਕ ਅਫਸੋਸ ਵੀ ਆ ਕਿ ਜੋ ਕੁਝ ਧੱਕਾ ਹੋਇਆ ਸਾਡੇ ਨਾਲ ਲਗਾਤਾਰ ਹੋਇਆ, ਉਹ ਪਿਛਲੇ ਕਾਲ ਦੇ ਨਾਲ ਉਨਾ ਜ਼ਿਆਦਾ ਨਹੀਂ ਜੁੜ ਸਕਿਆ। ਪਰ ਫਿਰ ਵੀ ਜਦੋਂ ਮੈਂ ਅੱਜ ਇੱਥੇ ਦਾਖਲ ਹੋਇਆ ਮੋਰਚੇ ਦੇ ਵਿੱਚ, ਤੇ ਸ਼ੁਰੂਆਤ ਦੇ ਦੌਰ 'ਚ ਵੀ ਵੇਖਿਆ ਕਿ ਜਿੰਨੇ ਵੀ ਤੰਬੂ ਸਨ ਜਾਂ ਜਿਹੜੀਆਂ ਕੁਟੀਆ ਰੂਪ 'ਚ ਕਿਸਾਨ ਰਹਿ ਰਹੇ ਆ ਜਾਂ ਨੌਜਵਾਨ ਰਹਿ ਰਹੇ ਆ, ਤੇ ਉਹਨਾਂ ਦੇ ਰਹਿਣ ਬਸੇਰਿਆਂ 'ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਦੀ ਤਸਵੀਰ ਤੇ ਬਾਬਾ ਦੀਪ ਸਿੰਘ ਸ਼ਹੀਦ ਦੀ ਤਸਵੀਰ, ਸਿੱਖੀ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਹਸਤੀਆਂ ਦੀਆਂ ਤਸਵੀਰਾਂ, ਬਾਬਾ ਬੰਦਾ ਸਿੰਘ ਬਹਾਦਰ। ਸੋ ਇਹ ਆ ਸਾਰਾ ਤਾਕਤ ਦਾ ਸੋਮਾ ਜੀ, ਸਿੱਖਾਂ ਦੀ ਤਾਕਤ ਦਾ ਸੋਮਾ, ਜਿੱਥੇ ਸ੍ਰੀ ਦਰਬਾਰ ਸਾਹਿਬ ਆ, ਸਿੱਖਾਂ ਦੀ ਸ਼ਕਤੀ ਦਾ ਸੋਮਾ ਸ੍ਰੀ ਅਕਾਲ ਤਖਤ ਸਾਹਿਬ ਆ। ਇਸ ਸ਼ਕਤੀ ਭਗਤੀ, ਇਹਨਾਂ ਦੋਵਾਂ ਤਾਕਤਾਂ ਦਾ ਸੁਮੇਲ, ਉਹਨਾਂ ਤੋਂ ਸੇਧ ਲੈ ਕੇ ਕੌਮ ਲਈ ਜਿਹੜੇ ਸ਼ਹੀਦ ਹੋਏ ਹੁੰਦੇ ਆ, ਤੇ ਨੌਜਵਾਨੀ ਫਿਰ ਉਹਨਾਂ ਕੋਲੋਂ ਤਾਕਤ ਲੈਂਦੀ ਆ। ਇਹ ਉਸ ਤਾਕਤ ਦੇ ਬਲ ਦੇ ਨਾਲ ਇਹ ਸੰਘਰਸ਼ ਜਿੱਤਿਆ ਗਿਆ। ਸੋ ਮੈਂ ਮੰਨਦਾ ਕਿ ਇਹ ਇੱਕ ਪਹਿਲਾ ਕੋਈ ਤੁਸੀਂ ਪੌੜੀ ਤੇ ਚੜ੍ਹਨਾ ਹੋਵੇ ਤੇ ਪਹਿਲੇ ਡੰਡੇ ਤੇ ਹਾਲੇ ਪੈਰ ਰੱਖਿਆ ਗਿਆ। ਇਸ ਨੂੰ ਕੋਈ ਮੁਕੰਮਲ ਫਤਿਹ ਨਾ ਸਮਝੇ, ਕਿਉਂਕਿ ਅਜੇ ਬਹੁਤ ਸਟਰਗਲ ਆ ਕਿ ਸਾਡੀ ਧਰਤੀ ਦਾਅ ਤੇ ਲੱਗੀ ਹੋਈ ਆ। ਜਿਸ ਖਿੱਤੇ 'ਚ ਅਸੀਂ ਵਸ ਰਹੇ ਹਾਂ ਉਸ ਦੀ ਜੀਓਪੋਲਿਟਿਕਸ ਦੇ ਵਿੱਚ ਬੜੀ ਮਹੱਤਤਾ ਵਾ ਕਿ ਕਿਵੇਂ ਇਸ ਦੱਖਣੀ ਏਸ਼ੀਆ ਦੇ ਖਿੱਤੇ ਦੇ ਵਿੱਚ ਸਾਡਾ ਜਿਹੜਾ ਸਾਡੀ ਪੰਜਾਬ ਦੀ ਧਰਤੀ ਆ, ਉਹ ਚੀਨ, ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜਿਹੜਾ ਆਪਣਾ ਵਜੂਦ ਰੱਖ ਰਹੀ ਆ। ਹੁਣ ਉਸ ਗੱਲ ਦੀ ਵਿਆਖਿਆ ਮੇਰੇ ਤੋਂ ਸਿਆਣੇ ਬੰਦਿਆਂ ਨੇ ਕਰਨੀ ਆ, ਪਰ ਕੁੱਲ ਮਿਲਾ ਕੇ ਇਹ ਜਿਹੜੀ ਧਰਤੀ ਆ ਬੜੀ ਭਾਗਾਂ ਵਾਲੀ ਆ। ਇਹਦਾ ਇੱਕ ਸਭ ਤੋਂ ਪਹਿਲੀ ਗੱਲ ਹੈ ਕਿ ਜਿਸ ਧਰਤੀ ਤੇ ਗੁਰੂ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇ, ਮਹਾਰਾਜ ਨੇ ਆਪਣੇ ਚੋਜ ਖੇਡੇ ਹੋਣ, ਉਸ ਧਰਤੀ ਤੇ ਮਹਾਰਾਜ ਨੇ ਵਾਹੀ ਕੀਤੀ ਹੋਵੇ, ਉਮਰ ਦੇ ਆਖਰੀ 18 ਸਾਲ ਪਹਿਲੀ ਪਾਤਸ਼ਾਹੀ ਨੇ ਹਲ ਵਾਹੇ ਹੋਣ, ਖੇਤੀ ਕੀਤੀ ਹੋਵੇ, ਤੇ ਸਾਖੀਆਂ 'ਚ ਆਉਂਦਾ ਨਾ ਕਿ ਕਿਵੇਂ ਜਿਹੜੀ ਪਾਂਡਿਆ ਸਿਰ ਤੇ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਜੀ ਚੁੱਕ ਕੇ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ। ਸੋ ਇਹ ਸਭ ਕੁਝ ਜਿਹੜਾ ਹੈ ਵਾ, ਇਹ ਸਿੱਖੀ ਆ। ਕਿਸਾਨੀ ਨੂੰ ਕੋਈ ਸਿੱਖੀ ਨਾਲੋਂ ਨਿਖੇੜ ਕੇ ਨਹੀਂ ਵੇਖ ਸਕਦਾ। ਜੇ ਕੋਈ ਵੇਖ ਰਿਹਾ ਵਾ ਤਾਂ ਮੈਂ ਉਹਨੂੰ ਕੋਈ ਕੌੜਾ ਬੋਲ ਨਹੀਂ ਬੋਲਣਾ ਚਾਹੁੰਦਾ, ਉਹਨੂੰ ਸਮਝਣਾ ਚਾਹੀਦਾ ਕਿ ਇਹ ਚੀਜ਼ਾਂ ਵੱਖ ਕਰਕੇ ਨਹੀਂ ਵੇਖੀਆਂ ਜਾ ਸਕਦੀਆਂ। ਜਿਹੜੀ ਕਿਸਾਨੀ ਆ ਉਹ ਤੁਹਾਡੀ ਜ਼ਿੰਦਗੀ ਜਿਉਣ ਦੀ ਤਰਜ਼ੇ ਜ਼ਿੰਦਗੀ ਆ ਕਿ ਕਿਹੜੀ ਤਰਜ਼ ਨਾਲ ਤੁਸੀਂ ਜ਼ਿੰਦਗੀ ਜਿਉਂ ਰਹੇ ਹੋ, ਤੇ ਜਿਹੜੀ ਸਿੱਖੀ ਆ ਉਹ ਵੀ ਇੱਕ ਸਿੱਖ ਦਾ ਲਿਵਿੰਗ ਵੇ ਆ, ਜਿਉਣ ਦਾ ਤਰੀਕਾ। ਇਹਨਾਂ ਦਾ ਸੁਮੇਲ ਆ ਕਿ ਜਦੋਂ ਅਸੀਂ ਕੁਦਰਤ ਦੇ ਨੇੜੇ ਆ, ਤੇ ਕੁਦਰਤ ਦੇ ਨੇੜੇ ਆ ਤੇ ਫਿਰ ਕਿਸਾਨ ਤੋਂ ਨੇੜੇ ਕੁਦਰਤ 'ਚ ਕੌਣ ਹੋ ਸਕਦਾ। ਕੋਈ ਬਾਬੂ ਦਫ਼ਤਰ 'ਚ ਕੰਮ ਕਰ ਰਿਹਾ, ਹੁਣ ਉਹਨੇ ਸਾਰੀਆਂ ਉੱਥੇ ਬਣਾਉਟੀ ਚੀਜ਼ਾਂ ਲਾਈਆਂ ਹੋਈਆਂ, ਨਕਲੀ ਫੁੱਲ ਤੇ ਨਕਲੀ ਹਵਾ ਦਾ ਏਸੀ ਲਾਇਆ ਹੋਇਆ, ਜਾਂ ਜਿਹੜੀਆਂ ਵੀ ਵਸਤਾਂ ਨੇ ਘਾਹ ਦੀ ਥਾਂ ਤੇ ਨਕਲੀ ਘਾਹ ਦੇ ਕਲੀਨ ਵਿਸ਼ੇ ਹੋਣਗੇ। ਸੋ ਇਹ ਜੇ ਕੁਦਰਤ ਨੂੰ ਮਹਿਸੂਸ ਕਰਨਾ ਤੇ ਉਹ ਕਿਸਾਨ ਨੇ ਕਰਨਾ। ਸੋ ਇਹ ਅਕਾਲ ਪੁਰਖ ਦੀ ਬਖਸ਼ਿਸ਼ ਦਾ ਪਾਤਰ ਆ ਕਿਸਾਨ। ਤੇ ਜਿਵੇਂ ਸਿੱਖ ਵਿਦਵਾਨ ਭਾਈ ਪ੍ਰਭਸ਼ਰਨਬੀਰ ਸਿੰਘ ਨੇ ਸ਼ੁਰੂਆਤੀ ਦੌਰ 'ਚ ਕੁਝ ਅਲਫਾਜ਼ ਲਿਖੇ ਸੀ ਕਿ ਇਹ 6000 ਸਾਲ ਪੁਰਾਣੀ ਸੱਭਿਅਤਾ ਦਾ ਨਾਸ ਮਾਰਨਾ ਚਾਹੁੰਦੇ ਆ। ਜਿਹੜਾ ਇਹ ਕਾਨੂੰਨ ਲੈ ਕੇ ਆਏ ਸੀ ਮੋਦੀ ਹੁਣੀ, ਜਿਹੜੇ ਹੁਣ ਰੱਦ ਹੋਏ ਆ, ਇਹ ਕਿੰਨੀ ਪੁਰਾਣੀ ਸੱਭਿਅਤਾ ਨੂੰ ਮੇਟਣ ਦੇ ਵਾਂਗ ਆ। ਤੇ ਅਸੀਂ ਉਸ ਸੱਭਿਅਤਾ ਦੇ ਅੱਗੇ ਵਾਰਸ ਆ। ਧਰਮ ਤੌਰ ਤੇ ਅਸੀਂ ਸਿੱਖ ਆ, ਪਰ ਜਿਹੜੀ ਅਸੀਂ ਸੱਭਿਅਤਾ ਨੂੰ ਬਿਲੋਂਗ ਕਰਦੇ ਆ, ਉਹਨੂੰ ਵਧਾ ਰਹੇ ਆ, ਉਹ ਬਹੁਤ ਅਮੀਰ ਆ ਤੇ ਬਹੁਤ ਯੁੱਗਾਂ ਤੋਂ ਆ। ਸੋ ਇਹ ਕੁਛ ਜਿਹੜਾ ਵਾ, ਇੱਕ ਤੁਸੀਂ ਕਿਸੇ ਦੀ ਜ਼ਿੰਦਗੀ ਜਿਉਣ ਦੇ ਢੰਗ ਨੂੰ ਹੀ ਬਦਲ ਦਿਓ। ਜਿਵੇਂ ਕਿ ਬੰਦੇ ਜਦੋਂ ਕਿਸੇ ਕੋਲ ਕ੍ਰਾਈਮ ਹੋ ਜੇ ਤੇ ਉਹ ਜੇਲ੍ਹ 'ਚ ਚਲੇ ਜੇ, ਕਿਸੇ ਕੋਲ ਕਤਲ ਹੋ ਜੇ, ਮੰਨ ਲਓ ਉਹ ਜੇਲ੍ਹ ਚਲ ਜੇ, ਬੰਦਾ ਕਹਿੰਦਾ ਯਾਰ ਮੇਰੀ ਤਾਂ ਜ਼ਿੰਦਗੀ ਬਦਲ ਗਈ, ਮੇਰਾ ਜ਼ਿੰਦਗੀ ਜਿਉਣ ਦਾ ਢੰਗ ਹੀ ਬਦਲ ਗਿਆ। ਤੇ ਇਹ ਤਾਂ ਦਿਨ ਦਿਹਾੜੇ ਡਾਕਾ ਪੈਣ ਵਾਲੀ ਗੱਲ ਆ। ਸੋ ਇਹ ਜਿਹੜੀ ਗੱਲ ਹੁਣ ਤੁਰੀ ਆ, ਇਸ ਨੂੰ ਲਗਾਤਾਰ ਅੱਗੇ ਰੱਖਣਾ ਚਾਹੀਦਾ। ਸੋ ਆਪਣੀ ਧਰਤੀ ਲਈ ਫਿਕਰਮੰਦ ਹੋਣਾ ਚਾਹੀਦਾ। ਬਾਕੀ ਜੋ ਤੁਹਾਡਾ ਅੱਗੇ ਸਵਾਲ ਹੋਵੇ ਜੀ। ਅੱਗੇ ਜਿਹੜਾ ਸੀਗਾ ਹਰੀ ਕ੍ਰਾਂਤੀ ਆਈ ਸੀਗੀ, ਹਰੀ ਕ੍ਰਾਂਤੀ ਦੇ ਨਾਲ ਭਾਰਤ ਦੇ ਵਿੱਚ ਪੰਜਾਬ ਤੇ ਹਰਿਆਣਾ ਨੂੰ ਚੁਣਿਆ ਗਿਆ। ਸੋ ਇੱਥੇ ਇੱਕ ਉਹਨਾਂ ਨੇ ਟੈਸਟ ਕੀਤਾ ਹੈ ਕਿ
ਹਰੀ ਕ੍ਰਾਂਤੀ ਦੇ ਨਾਲ ਕਿਹੋ ਜੀ ਫਸਲ ਪੈਦਾ ਹੁੰਦੀ ਹੈ, ਕਿਵੇਂ ਲੋਕਾਂ ਨੇ ਵੀ ਬੜੀ ਮਿਹਨਤ ਕੀਤੀ, ਉਹਨਾਂ ਨੂੰ ਭਰਮਾਇਆ ਵੀ ਗਿਆ ਕਿਤੇ ਨਾ ਕਿਤੇ ਕਿ ਤੁਹਾਨੂੰ MSP ਵੀ ਦੇਵਾਂਗੇ, ਤੁਹਾਨੂੰ ਸਭ ਕੁਝ ਦੇਵਾਂਗੇ, ਔਰ ਹੁਣ ਹਾਲਾਤ ਜਿਹੜੇ ਉਹ ਬਿਲਕੁਲ ਬਦਲ ਗਏ। ਸੋ ਪੰਜਾਬ ਦੀ ਤੇ ਹਰਿਆਣੇ ਦੀ ਜੇ ਅਸੀਂ ਗੱਲ ਲੈਂਦੇ ਹਾਂ ਸ਼ੁਰੂਆਤੀ ਦੌਰ ਤੋਂ, ਕਿਉਂਕਿ ਪਹਿਲਾਂ ਹਰਿਆਣਾ ਜਿਹੜਾ ਪੰਜਾਬ ਦਾ ਹੀ ਹਿੱਸਾ ਸੀਗਾ, ਕਿੰਨੀ ਸਾਡੀ ਧਰਤੀ ਜਿਹੜੀ ਆ ਖਰਾਬ ਹੋ ਚੁੱਕੀ ਆ ਉਹਨਾਂ ਬੀਜਾਂ ਦੇ ਨਾਲ, ਉਹਨਾਂ ਦਵਾਈਆਂ ਦੇ ਨਾਲ, ਉਹਨਾਂ ਰਸਾਇਣਾਂ ਦੇ ਨਾਲ। ਕਿਹੋ ਜਿਹੀ ਖੇਤੀ ਸਾਡੇ ਪੰਜਾਬ ਦੇ ਖਿੱਤੇ ਦੀ ਸੀਗੀ, ਔਰ ਕਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵਾੜ ਦਿੱਤਾ ਗਿਆ ਜੀ, ਜੋ ਨਿਕਲ ਹੀ ਨਹੀਂ ਸਕਦੇ ਸ਼ਾਇਦ ਕਦੀ। ਨਾ ਤਾਂ ਉੱਥੇ ਫਸਲੀ ਵਿਭਿੰਨਤਾ ਰਹਿ ਗਈ ਆ, ਤਾਂ ਜਿਹੜੀ ਆਰਗੈਨਿਕ ਖੇਤੀ ਆ ਜਿਹਨੂੰ ਹੁਣ ਨਾਮ ਦਿੱਤਾ ਜਾ ਰਿਹਾ, ਪਰ ਉਹਦੇ 'ਤੇ ਆਉਣ ਲਈ ਵੀ ਕਿਸਾਨ ਨੂੰ ਆਪਣੀ ਪੈਲੀ ਨੂੰ ਕਿੰਨਾ ਸਮਾਂ ਵਿਹਲਾ ਰੱਖਣਾ ਪਊਗਾ। ਹੁਣ 2 ਕਿੱਲਿਆਂ ਵਾਲੇ 3 ਕਿੱਲਿਆਂ ਵਾਲੇ ਕਿਸਾਨ ਜਿਹੜੇ ਨੇ ਉਹ ਕਿਸ ਪ੍ਰਕਾਰ ਆਪਣਾ ਗੁਜ਼ਾਰਾ ਕਰ ਸਕਣਗੇ? ਪਿੱਛੇ ਨੂੰ ਮੁੜਨ ਦਾ ਕੋਈ ਰਸਤਾ ਹੀ ਨਹੀਂ ਦਿਸਦਾ। ਬਿਲਕੁਲ, ਜਿਹੜਾ ਹਰੀ ਕ੍ਰਾਂਤੀ ਲਫ਼ਜ਼ ਜਦੋਂ ਚੇਤੇ ਆਉਂਦਾ ਤੇ ਇਹਦੇ ਨਾਲ ਤਬਾਹੀ ਜੁੜੀ ਹੋਈ ਆ ਪੰਜਾਬ ਦੀ। ਸ਼ੁਰੂ ਦੇ ਵਿੱਚ ਜਦੋਂ 60ਵਿਆਂ ਦੇ ਵਿੱਚ ਭਾਰਤ ਭੁੱਖਮਰੀ ਦਾ ਸ਼ਿਕਾਰ ਸੀ ਤੇ ਇਹ ਕਣਕ ਬਾਹਰੋਂ ਮੰਗਾਇਆ ਕਰਦੇ ਸਨ, ਤੇ ਇੱਥੇ ਜਦੋਂ ਉਸ ਗੱਲ ਦੀ ਪੈਦਾਵਾਰ ਵਧਾਈ ਗਈ ਆ ਤੇ ਇਹਦੇ ਨਾਲ ਇੱਕ ਨਸ਼ੇ ਵਾਂਗ ਜਿਵੇਂ ਲੱਤ ਲੱਗ ਜਾਂਦੀ ਆ ਕਿ ਵੱਧ ਮੁਨਾਫਾ ਕਮਾਉਣਾ, ਕਿ ਅਸੀਂ 1 ਕੁਇੰਟਲ ਕੱਢ ਰਹੇ, ਦੂਜਾ ਕਹਿੰਦਾ 2, ਤੀਜਾ ਕਹਿੰਦਾ ਮੈਂ 3 ਕੱਢ ਰਿਹਾ, ਹੈ ਨਾ। ਲੋਕਾਂ ਨੂੰ ਇਸ ਪਾਸੇ ਧੱਕਿਆ ਗਿਆ। ਪਹਿਲਾਂ ਤੇ ਇਕੱਲੀ ਮੁਨਾਫੇ ਨਾਲ ਵੀ ਜਿਹੜੇ ਗੱਲ ਜੁੜਦੀ ਆ, ਬਾਅਦ ਵਿੱਚ ਉਸ ਤੋਂ ਬਾਅਦ ਜਦੋਂ ਲੋਕ ਆਰਥਿਕ ਤੌਰ ਤੇ ਤੰਗੀ 'ਚ ਰਹਿ ਰਹੇ ਹੁੰਦੇ ਆ ਤਾਂ ਬਹੁਤਾ ਮੁਨਾਫਾ ਲੋੜ ਵੀ ਬਣ ਜਾਂਦਾ। ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਚੱਲਦਾ ਰੱਖਣ ਵਾਸਤੇ ਮੁਨਾਫਾ ਚਾਹੀਦਾ ਵੀ ਹੁੰਦਾ। ਪਰ ਇਹ ਗੱਲ ਠੀਕ ਆ ਕਿ ਜਿਹੜਾ ਆਰਗੈਨਿਕ ਵਾਲਾ ਰਾਹ ਵਾ ਵੇਖਣ ਨੂੰ ਤਾਂ ਬੜਾ ਚੰਗਾ ਲੱਗਦਾ। ਜਿਵੇਂ ਸਮਾਜ ਸੇਵੀ ਸੰਸਥਾ ਵਾ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ, ਉਹਨਾਂ ਨੇ ਮਾਨਾਂ ਵਾਲੇ ਜਿਹੜਾ ਪ੍ਰੋਜੈਕਟ ਆ ਉਹਨਾਂ ਦਾ ਹੋਰ ਥਾਵਾਂ 'ਤੇ ਵੀ ਹੈ, ਵੱਖ-ਵੱਖ ਲੋਕ ਆਪਣੇ ਪੱਧਰ 'ਤੇ ਵੀ ਕਰਦੇ ਆ, ਪਰ ਹੈ ਤਾਂ ਔਖਾ। ਪਰ ਜਿਹੜਾ ਕੋਈ ਵੱਡਾ ਕਿਸਾਨ ਹੈ ਜਿਹਦੇ ਕੋਲ 15, 20, 25 ਕਿੱਲੇ ਆ, ਉਹ 1, 2, 3 ਕਿੱਲੇ ਰੱਖ ਵੀ ਲਊਗਾ ਆਪਣੇ ਘਰ ਜੋਗੀ ਜਾਂ ਸਕੀਆਂ ਸੰਬੰਧੀਆਂ ਲਈ ਜਾਂ ਥੋੜ੍ਹੇ ਜਿਹੇ ਵਪਾਰ ਲਈ ਵੀ। ਪਰ ਛੋਟੇ ਕਿਸਾਨ ਲਈ ਤਾਂ ਔਖਾ ਨਾ, ਜਿਹਦੇ ਕੋਲ ਓਨਾ ਇੱਕ ਹੀ ਕਿੱਲਾ ਵਾ, ਉਹਦੇ ਲਈ ਬਹੁਤ ਔਖਾ ਵਾ। ਸੋ ਇਹ ਤਾਂ ਜੇ ਕੁੱਲ ਮਿਲਾ ਕੇ ਇਹਨਾਂ ਗੱਲਾਂ ਦੇ ਹੱਲ ਦੀ ਗੱਲ ਸੋਚੀਏ ਤੇ ਉਹ ਵਾ ਅਸੀਂ ਆ ਸਟੇਟਲੈਸ ਪੀਪਲ, ਰਾਜਹੀਣ ਸਿੱਖ ਹਾਂ ਅਸੀਂ। ਸੋ ਆਪਣੇ ਖਿੱਤੇ ਦੇ ਉੱਤੇ ਜਦੋਂ ਕਬਜ਼ਾ ਕਿਸੇ ਹੋਰ ਦਾ ਹੋਵੇ ਤੇ ਫਿਰ ਆਪਾਂ ਰੋਗਾਂ ਦੀ ਗੱਲ ਤਾਂ ਕਰ ਸਕਦੇ ਹਾਂ, ਤੇ ਜੇ ਇਲਾਜ ਦੀ ਗੱਲ ਕਰੀਏ ਤੇ ਉਹ ਆਪਣੀ ਆਜ਼ਾਦੀ ਆ। ਸੋ ਕੁੱਲ ਮਿਲਾ ਕੇ ਜਿਹੜਾ ਆਜ਼ਾਦੀ ਦਾ ਸੰਘਰਸ਼ ਉਹ ਰੁਕਿਆ ਤਾਂ ਨਹੀਂ ਕਰਨਾ, ਕੋਈ ਉਤਰਾ ਚੜਾ ਪੜਾ ਹੋ ਸਕਦੇ ਆ। ਸੋ ਇਸ ਕਰਕੇ ਜਿਹੜਾ ਇਹ ਮੁਕੰਮਲ ਆਜ਼ਾਦੀ ਬਿਨਾਂ, ਆਪਣੇ ਰਾਜ ਭਾਗ ਬਿਨਾਂ, ਤੇ ਜਦੋਂ ਇੱਥੋਂ ਦੇ ਲੋਕ ਆਪ ਉੱਥੋਂ ਦੇ ਵਾਰਸ ਹੋਣਗੇ, ਉੱਥੋਂ ਦਾ ਧਨ ਕੋਈ ਦਿੱਲੀ ਨਾ ਲੁੱਟਦੀ ਹੋਊਗੀ, ਤੇ ਫਿਰ ਵਸੀਲੇ ਵੀ ਪੈਦਾ ਹੋਣਗੇ, ਉਹਦੇ 'ਚ ਇਮਾਨਦਾਰੀ ਵੀ ਪੈਦਾ ਹੋਊਗੀ, ਫਿਰ ਆਪਣਾ ਰਾਜਤੰਤਰ ਹੋਊਗਾ। ਸੋ ਉਹ ਇੱਕ ਉਹ ਰਾਜ ਜਿਹਦੇ ਵਿੱਚ ਕੋਈ ਸਾਰੇ ਖੁਸ਼ਹਾਲ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਦੇ ਅਨੁਸਾਰ ਸਰਬੱਤ ਦਾ ਭਲਾ, ਜਿਹਦੇ ਵਿੱਚ ਸਾਰੇ ਜਨੌਰ ਤੱਕ ਸ਼ਾਮਲ ਨੇ। ਜਿਹੜੇ ਲਿਬਰਲ ਲੋਕ ਇੱਦਾਂ ਕਹਿੰਦੇ ਆ ਨਾ ਕਿ ਅਸੀਂ ਇਨਸਾਨੀਅਤ ਪਸੰਦ ਆ ਜੀ, ਸਾਡਾ ਧਰਮ ਇਨਸਾਨੀਅਤ ਆ, ਉਹ ਕੱਚੀ ਜੀ ਗੱਲ ਨਹੀਂ ਗੀ ਸਾਡੀ। ਅਸੀਂ ਸਰਬੱਤ ਦੇ ਭਲੇ ਵਾਲੇ ਆ। ਇਨਸਾਨੀਅਤ ਜਿਹੜੀ ਆ ਉਹ ਇਨਸਾਨਾਂ ਤੱਕ ਰੁਕੀ ਹੁੰਦੀ ਆ, ਉੱਥੋਂ ਤੱਕ ਮਹਿਦੂਦ ਹੁੰਦੀ ਆ। ਅਸੀਂ ਇਕੱਲੇ ਇਨਸਾਨਾਂ ਤੱਕ ਨਹੀਂ, ਸਾਡੇ ਆਲੇ ਦੁਆਲੇ ਜਿੰਨੇ ਵੀ ਪਾਉਣ ਦੇ ਵਿੱਚ ਵੀ ਜਿਹੜੇ ਜੀਅ ਫਿਰ ਰਹੇ ਆ, ਆਪਾਂ ਸਾਹ ਲੈ ਰਹੇ ਆ ਨਾ, ਉਹਦੇ ਵਿੱਚ ਵੀ ਜਿਹੜੇ ਜੀਅ ਸ਼ਾਮਲ ਆ, ਉਹਨਾਂ ਤੱਕ ਵੀ, ਧਰਤੀ ਦੀ ਗੱਲ ਵੀ ਉਹਦੇ 'ਚ, ਪਾਉਣ ਪਾਣੀ ਦੀ, ਸਾਰਿਆਂ ਦੀ ਗੱਲ ਆ। ਸੋ ਕੁੱਲ ਮਿਲਾ ਕੇ ਜਿਹੜਾ ਸਰਬੱਤ ਦਾ ਭਲਾ ਉਹ ਇਸੇ ਤਰੀਕੇ ਨਾਲ ਸਰਬੱਤ ਬਣਦਾ। ਸੋ ਸਾਡੇ ਕੋਲ ਸਿੱਖੀ ਦੇ ਵਿੱਚ ਸਰਬ ਕਲਿਆਣਕਾਰੀ ਗੱਲਾਂ ਪਈਆਂ ਹੋਈਆਂ, ਨੁਕਤੇ ਪਏ ਹੋਏ ਆ, ਤੇ ਉਸ ਨੂੰ ਇਸ ਧਰਤੀ 'ਤੇ ਲਾਗੂ ਵੀ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਤੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ। ਜਿੰਨਾ ਚਿਰ ਅਸੀਂ ਉਸ ਗੱਲ ਦੇ ਕਾਬਲ ਵਚਨਬੱਧਤਾ ਤੌਰ 'ਤੇ ਸੰਘਰਸ਼ ਜਾਂ ਅਗਾਂਹ ਕੋਈ ਰਣਨੀਤੀ ਰੂਪ ਦੇ ਵਿੱਚ ਸੰਘਰਸ਼ ਨਹੀਂ ਕਰਦੇ, ਤੇ ਫਿਰ ਇਹ ਸੋਚਣਾ ਵੀ ਇਸ ਰਾਜਤੰਤਰ ਦੇ ਵਿੱਚ ਕੋਈ ਸੁਧਾਰ ਉਹ ਅਰਥ ਨਹੀਂ ਰੱਖਦਾ ਜੀ। ਸੰਘਰਸ਼ ਦੇ ਵਿੱਚ ਜਿਹੜੀ ਜਿੱਤ ਹੁੰਦੀ ਹੈ ਉਹ ਕਿਹੜੇ ਮਾਇਨਿਆਂ 'ਚ ਹੁੰਦੀ ਹੈ, ਕਿਸ ਤਰੀਕੇ ਨਾਲ ਹੁੰਦੀ ਹੈ? ਕਿ ਅਗਲਾ ਬੰਦਾ ਝੁਕ ਜਾਵੇ ਉਹੀ ਜਿੱਤ ਹੁੰਦੀ ਹੈ, ਜਾਂ ਫਿਰ ਕਿਸੇ ਹੋਰ ਰੂਪ ਵਿੱਚ ਵੀ ਸਾਹਮਣੇ ਆਉਂਦੀ ਹੈ? ਜਿਵੇਂ 84 ਦੀ ਗੱਲ ਕਰਦੇ ਹਾਂ, ਉਹ ਜਿੱਤ ਨੂੰ ਥੋੜ੍ਹਾ ਡਿਫਾਈਨ ਜ਼ਰੂਰ ਕਰ। ਜਿਹੜਾ ਸੰਘਰਸ਼ੀਲ ਬੰਦਾ ਉਹਨੇ ਸੰਘਰਸ਼ ਹੀ ਕਰਨਾ ਹੁੰਦਾ। ਦੋ ਗੱਲਾਂ ਹੁੰਦੀਆਂ, ਜਾਂ ਤਾਂ ਫਤਿਹ ਆ ਜਾਂ ਫਿਰ ਸ਼ਹਾਦਤ। ਸੰਤ ਜਰਨੈਲ ਸਿੰਘ ਜੀ ਦੀ ਗੱਲ ਜਦੋਂ 84 ਦਾ ਜ਼ਿਕਰ ਆਉਣਾ, ਤਾਂ ਸਿੱਖਾਂ ਦੇ ਮੌਜੂਦਾ ਸੰਘਰਸ਼ ਦੀ ਜਦੋਂ ਵੀ ਗੱਲ ਹੋਣੀ ਆ ਤਾਂ ਕੇਂਦਰ ਬਿੰਦੂ 84 ਬਣਨਾ। ਜਦੋਂ 84 ਨੇ ਕੇਂਦਰ ਬਿੰਦੂ ਬਣਨਾ ਤੇ ਉਸ ਸਮੇਂ ਦੇ ਆਗੂ ਸਾਡੇ ਰਹਿਬਰ ਸੰਤ ਜਰਨੈਲ ਸਿੰਘ ਜੀ ਨੇ
ਕੇਂਦਰ ਦੇ ਵਿੱਚ ਆਉਣਾ ਉਸ ਗੱਲ ਦੇ ਘਟਨਾ ਦੇ ਵਿੱਚ। ਸੰਤ ਜਰਨੈਲ ਸਿੰਘ ਜੀ ਕਿਵੇਂ ਸ਼ਹਾਦਤ ਲਈ ਆਪਣਾ ਸਥਾਨ ਚੁਣਦੇ ਆ, 2 ਨਿਸ਼ਾਨਾ ਸਾਹਿਬ ਦੇ ਵਿਚਾਲੇ, ਤੇ ਇੱਧਰ ਅਕਾਲ ਤਖਤ ਸਾਹਿਬ ਆ, ਦੂਜੇ ਬੰਨੇ ਦਰਬਾਰ ਸਾਹਿਬ ਆ। ਸੋ ਉਹਦੇ ਵਿੱਚ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਉਹ ਪਾਤਰ ਬਣੇ। ਤੇ ਜਿਸ ਸਮੇਂ ਅਸਲਾ ਬਿਲਕੁਲ ਕੰਢੇ ਤੇ ਹੀ ਰਹਿ ਗਿਆ ਕਿ ਖਤਮ ਹੋਣ ਕੰਢੇ, ਉਹ ਆਪਣੇ ਅਸਲੇ ਸਮੇਤ ਤੇ ਸਿੰਘਾਂ ਦੇ ਸਮੇਤ ਗੋਲੀਆਂ ਚਲਾਉਂਦੇ ਹੋਏ, ਦੁਸ਼ਮਣ ਨੂੰ ਲਲਕਾਰਦੇ ਹੋਏ, ਜਕਾਰੇ ਗਜਾਉਂਦੇ ਹੋਏ ਸ਼ਹੀਦ ਹੋਏ। ਸੋ ਇਹ ਆ ਫਤਿਹ। ਇਹ ਕੋਈ ਹਾਰ ਨਹੀਂ ਗੀ। ਮੈਦਾਨ ਦੇ ਵਿੱਚ ਆਣ ਕੇ ਗੱਜਣਾ ਤੇ ਸ਼ਹਾਦਤ ਪ੍ਰਾਪਤ ਕਰ ਲੈਣੀ, ਇਹ ਸੂਰਮੇ ਦਾ ਧਰਮ ਆ। ਸੋ ਇਹ ਵੀ ਇੱਕ ਫਤਿਹ ਆ। ਹੁਣ ਜਿਹੜੇ ਤੁਸੀਂ ਉਸ ਵੇਲੇ ਦੀਆਂ 84 ਦੀਆਂ ਪੁਰਾਣੀਆਂ ਵੀਡੀਓਜ਼ ਵੇਖੋ, ਜਿਹੜੀਆਂ ਦੂਰਦਰਸ਼ਨ ਦੇ ਉੱਤੇ ਚੱਲੀਆਂ ਸਨ, ਅਕਸਰ ਮਿਲ ਜਾਂਦੀਆਂ ਇੰਟਰਨੈਟ ਦੇ ਉੱਤੇ, ਜਾਂ ਪਹਿਲਾਂ ਦਮਦਮੀ ਟਕਸਾਲ ਦੇ ਜਿਹੜਾ ਮੁੱਖ ਹੈੱਡਕੁਆਟਰ ਆ ਮਹਿਤਾ, ਉੱਥੋਂ ਸੀਡੀਆਂ ਵੀ ਵੇਖਿਆ ਕਰਦੀਆਂ ਸੀ ਡਿਓੜੀ ਦੇ ਲਾਗੋਂ। 3-4 ਸੀਡੀਆਂ ਦਾ ਸੈੱਟ ਹੁੰਦਾ ਸੀ। ਕੋਈ 20 ਸਾਲ ਪੁਰਾਣੀ ਗੱਲ ਹੈ, 15-20 ਸਾਲ ਪੁਰਾਣੀ ਗੱਲ ਇਹ ਆ ਕਿ ਉਹਦੇ ਵਿੱਚ ਜਿਹੜੇ ਮੌਕੇ ਦੇ ਫੌਜੀ ਅਫਸਰ ਸੀ ਭਾਰਤੀ ਫੌਜ ਦੇ, ਉਹਨਾਂ ਦੀ ਬੋਲੀ ਸੁਣੋ, ਉਹਨਾਂ ਦੀ ਬੋਲਬਾਣੀ ਜਿਹੜੀ ਆ। ਉਹ ਕਹਿੰਦੇ ਆ ਵੀ ਹਾਂਜੀ ਸਾਡੇ ਤੋਂ ਇੱਥੋਂ ਇੰਨਾ ਫੈਰ ਆਉਣ ਡਿਆ, ਸਾਡਾ ਇੰਨਾ ਨੁਕਸਾਨ ਹੋਇਆ, ਇਹੋ ਜਿਹੀ ਜੰਗ ਤੇ ਅਸੀਂ 71 'ਚ ਨਹੀਂ ਵੇਖੀ, 65 'ਚ ਨਹੀਂ ਵੇਖੀ, ਫਲਾਣੇ ਸਮੇਂ 'ਚ ਨਹੀਂ ਵੇਖੀ। ਸੋ ਇਹ ਫਿਰ ਸਾਡੀ ਜਿਹੜੀ ਜਿੱਤ ਆ, ਉਹ ਤਾਂ ਫਿਰ ਉਹ ਦੱਸ ਰਹੇ ਆ ਨਾ ਕਿ ਜਿਸ ਦਚ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ। ਉਹ ਸ਼ਾਨ ਜਿਹੜੀ ਆ ਸਦਾ ਰਹਿਣੀ ਆ ਕਿ ਕਿਵੇਂ ਕੋਈ ਅੰਤਲੇ ਸਮੇਂ ਜਦੋਂ ਉਹਨੇ ਸ਼ਹਾਦਤ ਵਰੀ ਆ ਤੇ ਉਹਦਾ ਜਜ਼ਬਾ ਕੀ ਸੀ। ਕੱਲੀ 84 ਤੱਕ ਗੱਲ ਨਹੀਂ, ਜਦੋਂ ਸਾਡੀ ਨੌਜਵਾਨੀ ਖਤਮ ਕੀਤੀ ਗਈ ਆ ਬੱਸਾਂ 'ਚੋਂ ਲਾਹ ਕੇ ਵੀ, ਸਿੱਖ ਪਛਾਣ ਦੇ ਸਿਰ 'ਤੇ ਵੀ, ਫਿਰ ਮੁਕਾਬਲਿਆਂ ਦੇ ਵਿੱਚ ਵੀ, ਝੂਠਿਆਂ 'ਚ ਵੀ, ਤੇ ਅਸਲੀ ਜਿਹੜੇ ਵੀ ਹੋਏ ਆ ਕੁਝ ਕੁ ਗਿਣਤੀ ਦੇ, ਜਿਵੇਂ ਭਾਈ ਸੁਰਜੀਤ ਸਿੰਘ ਬਹਿਲੇ ਦਾ ਮੁਕਾਬਲਾ ਬਹਿਲੇ ਪਿੰਡ ਦੇ ਵਿੱਚ 50 ਘੰਟੇ ਤੋਂ ਵੱਧ ਚੱਲਿਆ, ਭਾਈ ਸੁਖਵਿੰਦਰ ਸਿੰਘ ਪੱਪੂ ਗੋਰੇ ਦਾ ਮੁਕਾਬਲਾ, ਜਾਂ ਹੋਰ ਵੀ ਕੁਛ ਮਾਲਵੇ 'ਚ ਵੀ ਹੋਏ 1-2 ਵੱਡੇ ਮੁਕਾਬਲੇ। ਸੋ ਇਹਨਾਂ ਮੁਕਾਬਲਿਆਂ ਦੇ ਵਿੱਚ ਜਦੋਂ ਕੋਈ ਸਿੰਘ ਸ਼ਹਾਦਤ ਦੇ ਰਿਹਾ ਹੁੰਦਾ ਤੇ ਉਹਦੇ ਮਨ ਮਸਤਕ 'ਚ ਕੀ ਚੱਲ ਰਿਹਾ ਹੁੰਦਾ, ਉਹਦਾ ਜਿਹੜਾ ਆਪਣੀ 670 ਦਾ ਨਕਸ਼ਾ ਉਹਦੀ ਹਿੱਕ 'ਤੇ ਵਗਿਆ ਹੁੰਦਾ, ਉਹਦਾ ਲਹੂ ਵੀ ਨਕਸ਼ਾ ਬਣਾਉਂਦਾ ਫਿਰ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਮਹਿਸੂਸ ਹੀ ਕੀਤੀਆਂ ਜਾ ਸਕਦੀਆਂ। ਇਹ ਬਿਆਨਣ ਤੋਂ ਮੇਰੇ ਵੱਸ ਨਹੀਂਗਾ ਕਿ ਮੈਂ ਕੋਈ ਉਹਨਾਂ ਦੀ ਸਿਫਤ ਵੀ ਬਿਆਨ ਸਕਾਂ। ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਚੱਲ ਰਹੇ ਸੰਘਰਸ਼ ਦੇ ਵਿੱਚ ਜਿਹੜੀ ਸ਼ਹਾਦਤ ਆ ਉਹ ਵੀ ਫਤਿਹ ਆ। ਸੋ ਇੱਥੇ ਜਿਹੜੀਆਂ ਕਿਸਾਨੀ ਸੰਘਰਸ਼ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ, ਜਿਹੜੀ ਫਤਿਹ ਆਪਣੇ ਪ੍ਰਾਣ ਦੇ ਕੇ ਭਾਈ ਨਵਰੀਤ ਸਿੰਘ ਹੋਣਾ ਨੇ, ਜਾਂ ਜਿਹੜੇ ਕਿਸਾਨਾਂ ਨੂੰ ਹੰਕਾਰੇ ਹੋਏ ਸੱਤਾਧਾਰੀ ਬੀਜੇਪੀ ਦੇ ਗੁੰਡਿਆਂ ਵੱਲੋਂ ਲਖੀਮਪੁਰ ਖੀਰੀ ਦੇ ਵਿੱਚ ਦਰੜ ਦਿੱਤਾ ਗਿਆ, ਇਹਨਾਂ ਸ਼ਹਾਦਤਾਂ ਦੇ ਸਿਰ ਸਦਕਾ, ਉਹਨੇ ਉੱਚਿਆਂ ਸਿਰਾਂ ਦੇ ਕਰਕੇ ਇਹ ਜਿਹੜਾ ਸੰਘਰਸ਼ ਆ ਕਿਸਾਨਾਂ ਨੇ ਜਿੱਤਿਆ ਵਾ। ਕੋਈ ਮਤਾਂ ਕਹੇ ਕਿ ਮੇਰੀ ਸਪੀਚ ਕਰਕੇ ਜਿੱਤ ਗਿਆ, ਕੋਈ ਇਹ ਕਵੇ ਕਿ ਮੇਰੇ ਬਹੁਤੇ ਇੱਥੇ ਹੋਰਡਿੰਗ ਬੋਰਡਸ ਲੱਗੇ ਆ, ਜਾਂ ਕੋਈ ਕਵੇ ਕਿ ਹਾਂ ਮੇਰੀਆਂ ਬਹੁਤੀਆਂ ਟਰਾਲੀਆਂ ਆਈਆਂ ਮੇਰੀ ਜਥੇਬੰਦੀ ਦੀਆਂ। ਇਹ ਨਹੀਂ ਗੱਲ। ਠੀਕ ਆ, ਉਹ ਹਿੱਸਾ ਹੀ ਹੁੰਦਾ ਵਾ ਸਾਰੇ ਸੰਘਰਸ਼ ਦਾ, ਪਰ ਇਹ ਸ਼ਹਾਦਤਾਂ ਦੀ ਬਦੌਲਤ ਹੀ ਜਿੱਤਿਆ ਗਿਆ, ਜਿਹਦੇ ਵਿੱਚ 700 ਤੋਂ ਵਧੇਰੇ ਜਿਹੜੀਆਂ ਕੁਰਬਾਨੀਆਂ, ਜਿਹੜੀਆਂ ਸਾਡੀਆਂ ਮਾਵਾਂ ਦਾ ਸਿਦਕ ਆ। ਪਿੱਛੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਆ ਰਹੀ ਆ, ਸ਼ਾਇਦ ਲੰਗਰ ਹਾਲ ਜਾਂ ਸਟੇਜ ਤੋਂ ਆਵਾਜ਼ ਆ ਰਹੀ ਹੋਵੇ। ਇਸ ਬਲ ਤੇ ਸੰਘਰਸ਼ ਜਿੱਤਿਆ ਗਿਆ। ਜੋ ਸਾਡੀ ਪੁਰਾਤਨ ਰਵਾਇਤ ਸੀਗੀ ਸਿੱਖਾਂ ਦੀ, ਘੱਲੂਘਾਰੇ ਹੋਏ ਨੇ, ਕੋਪਰ ਹੀੜਾ ਦਾ ਹੋ ਗਿਆ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਜਿਹਨੂੰ ਕਿਹਾ ਜਾਂਦਾ, 84 ਵਾਲਾ ਵੀ ਘੱਲੂਘਾਰਾ ਸੀਗਾ, 1947 ਨੂੰ ਵੀ ਇੱਕ ਘੱਲੂਘਾਰੇ ਦੇ ਰੂਪ ਵਿੱਚ ਕਿਤੇ ਨਾ ਕਿਤੇ ਜ਼ਰੂਰ ਲੈਣਾ ਚਾਹੀਦਾ। ਸੋ ਸ਼ੁਰੂਆਤੀ ਦੌਰ ਤੋਂ ਜਿਹੜੇ ਇਹ ਖਿੱਤੇ ਦੇ ਲੋਕ ਨੇ ਹਮੇਸ਼ਾ ਸੰਘਰਸ਼ ਕਰਦੇ ਆਏ ਨੇ, ਚਾਹੇ ਉਹ ਆਜ਼ਾਦੀ ਲਈ ਸੰਘਰਸ਼ ਹੋਵੇ, ਚਾਹੇ ਉਹ ਆਪਣੇ ਗੁਰਧਾਮਾਂ ਨੂੰ ਬਚਾਉਣ ਦੇ ਲਈ ਸੰਘਰਸ਼ ਹੋਵੇ, ਚਾਹੇ ਉਹ ਅੱਜ ਕਿਸਾਨੀ ਨੂੰ ਬਚਾਉਣ ਦੇ ਲਈ ਸੰਘਰਸ਼ ਹੈ। ਸੋ ਸੰਘਰਸ਼ ਜਿਹੜਾ ਆ ਇਹਨਾਂ ਖਿੱਤੇ ਦੇ ਲੋਕਾਂ ਦੇ ਹਿੱਸੇ ਲਿਖਿਆ ਹੋਇਆ ਔਰ ਜਿੱਤਦੇ ਵੀ ਹਮੇਸ਼ਾ ਰਹੇ ਨੇ। ਕਿੱਦਾਂ ਦੇਖਦੇ ਹੋ ਕਿ ਇਤਿਹਾਸ ਜਿਹੜਾ ਆ ਇਹਨਾਂ 'ਚ ਸਪਿਰਿਟ ਕਿਹੜੀ ਭਰਦਾ ਆ ਇਹਨਾਂ ਨੌਜਵਾਨਾਂ 'ਚ? ਜਦੋਂ ਇਹ ਸੰਘਰਸ਼ ਤੁਰਿਆ ਸੀਗਾ, ਨੌਜਵਾਨ ਨਹੀਂ ਸੀ ਜਾਣਦੇ ਕਿ ਕੋਪਰ ਹੀੜੇ ਕੀ ਹੋਇਆ, ਨੌਜਵਾਨ ਨਹੀਂ ਸੀ ਜਾਣਦੇ ਕਿ ਸਾਡਾ ਸਿੱਖ ਇਤਿਹਾਸ ਕੀ ਕਹਿੰਦਾ ਹੈ। ਕਿ ਉਹਨਾਂ ਦੇ ਅਚਨਚੇਤ ਮਨ ਵਿੱਚ ਇਹ ਸਾਰੀਆਂ ਗੱਲਾਂ ਪਈਆਂ ਹੋਈਆਂ ਸੀ ਜਿਹੜੀਆਂ ਅਚਾਨਕ ਉੱਗੜ ਕੇ ਸਾਹਮਣੇ ਆ ਜਾਂਦੀਆਂ? ਬਿਲਕੁਲ, ਇਹ ਗੱਲ ਤੁਹਾਡੀ ਸਹੀ ਹੈ। ਅਚੇਤ ਮਨ ਦੇ ਵਿੱਚ ਗੱਲਾਂ ਪਈਆਂ ਹੁੰਦੀਆਂ, ਮਨ ਦੀਆਂ ਕਈ ਲੇਅਰਸ ਹੁੰਦੀਆਂ,
ਤੁਹਾਨੂੰ ਖੁਦ ਵੀ ਨਹੀਂ ਪਤਾ ਹੁੰਦਾ ਤੁਹਾਡੇ ਮਨ ਦੀ ਹੇਠਲੀ ਲੇਅਰ ਦੇ ਵਿੱਚ ਕੀ ਪਿਆ ਹੋਇਆ। ਜਿਹੜੀ ਗੱਲ ਪੁਰਾਤਨ ਸੰਘਰਸ਼ਾਂ ਦੀ ਆ ਉਹ ਵੀ ਸਾਡੇ ਲਹੂ 'ਚ ਸਮੋਈ ਹੋਈ ਗੱਲ ਆ। ਇੱਕ ਨਾ IPS ਅਫਸਰ ਆਪਣੀ ਕਿਤਾਬ 'ਚ ਲਿਖਦਾ ਪੰਜਾਬ ਦੇ ਲੋਕਾਂ ਬਾਰੇ। ਉਹ ਕਹਿੰਦਾ ਕਿ ਇਹ ਲੋਕ ਇਹੋ ਜਿਹੇ ਆ, ਜੇ ਕਿਤੇ ਗੋਲੀ ਚੱਲੇ ਨਾ ਤੇ ਘਰਾਂ 'ਚੋਂ ਬਾਹਰ ਆ ਜਾਂਦੇ ਤੇ ਵੇਖਦੇ ਵੀ ਗੋਲੀ ਦੀ ਆਵਾਜ਼ ਕਿੱਥੋਂ ਆਈ ਆ। ਕਹਿੰਦਾ ਜਿਹੜੇ ਹੋਰ ਸੂਬੇ ਆ ਭਾਰਤ ਦੇ ਜੀ, ਉਹ ਭੱਜ ਜਾਂਦੇ ਜਦੋਂ ਗੋਲੀ ਚੱਲਦੀ ਆ ਜੀ। ਇਹ ਲੋਕਾਂ ਦੇ ਮਨਾਂ 'ਚ ਜਿਹੜਾ ਖੜਾਕ ਵਸਿਆ ਹੋਇਆ, ਇਹਨਾਂ ਨੇ ਰਣਜੀਤ ਨਗਾਰਾ ਸੁਣਿਆ ਵਾ ਮਹਾਰਾਜ ਦਾ ਜੀ, ਸੋ ਇਹ ਖੜਾਕ ਨੂੰ ਪਸੰਦ ਕਰਦੇ ਆ। ਹੁਣ ਮੇਰੀ ਗੱਲ ਭਾਵੇਂ ਪਾਸੇ ਚਲੇ ਜਾਵੇ, ਸਤਿਆਪਾਲ ਮਲਿਕ ਵੀ ਇਹਦੇ ਤੇ ਬੋਲਦੇ ਰਹੇ, ਉਹਨੇ ਕਾਫੀ ਹੱਦ ਤੱਕ ਚੰਗੀਆਂ ਸਟੇਟਮੈਂਟਸ ਦਿੱਤੀਆਂ ਵਾ, ਪਰ ਮੈਂ ਉਹਨੂੰ ਵੀ ਇੱਕ ਸ਼ੱਕੀ ਦਾਇਰੇ 'ਚ ਰੱਖਦਾ ਵਾਂ ਕਿ ਜੇ ਦੁਸ਼ਮਣ ਧਿਰ ਦਾ ਬੰਦਾ ਸਾਡੀ ਬਹੁਤੀ ਸਿਫਤ ਕਰ ਰਿਹਾ ਤੇ ਸਾਨੂੰ ਬਹੁਤ ਖੁਸ਼ ਹੋਣ ਦੀ ਲੋੜ ਨਹੀਂ ਗੀ, ਸਾਨੂੰ ਉਹਨੂੰ ਬੜੇ ਧਿਆਨ ਨਾਲ ਵਾਚਣ ਦੀ ਲੋੜ ਆ। ਜਿਹੜਾ ਮੈਂ ਖੜਾਕ ਦੀ ਗੱਲ ਕਰਦਾ ਕਿ ਜੇ ਗੱਲ ਚਾਹੇ ਮੇਰੀ ਟੇਢੀ ਜਾਂਦੀ ਆ, ਪਰ ਜਿਹੜੇ ਸਾਡੇ ਨੌਜਵਾਨ ਆ ਇਹ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਲਵਾਉਂਦੇ ਆ ਜੀ, ਉਹਨਾਂ ਦੀਆਂ ਸ਼ਿਕਾਇਤਾਂ ਨਾ ਸਕੂਲਾਂ ਵਾਲੇ ਅਕਸਰ ਪੁਲਿਸ ਕੋਲ ਕਰ ਦਿੰਦੇ ਆ ਵੀ ਆ ਨਾ ਜੀ ਸਾਡੇ ਸਕੂਲ ਦੇ ਲਾਗੇ ਆਣ ਕੇ ਤੇ ਖੜਾਕ ਕਰਕੇ ਗਿਆ। ਠੀਕ ਆ, ਇੱਕ ਮਨਚਲਾ ਸੁਭਾਅ ਤੇ ਉਮਰ ਹੁੰਦੀ ਆ, ਉਹ ਚੀਜ਼ਾਂ ਟਲ ਜਾਂਦੀਆਂ ਉਮਰ ਦੇ ਨਾਲ, ਪਰ ਇਹ ਖੜਾਕ ਹੀ ਕਿਉਂ ਪਸੰਦ ਕਰਦੇ ਆ? ਇਹ ਗੱਲ ਮਨੋਸਥਿਤੀ ਦੀ ਆ ਨਾ ਜੀ, ਕਿਉਂਕਿ ਇਹ ਡਰਾਕਲ ਜਿਹੇ ਲੋਕ ਨਹੀਂ ਗੇ। ਮੈਂ ਕੋਈ ਉਹ ਪਟਾਕਿਆਂ ਦੇ ਹੱਕ 'ਚ ਨਹੀਂ, ਪਰ ਇਹਨਾਂ ਦੇ ਮਨਾਂ 'ਚ ਕੀ ਚੱਲਦਾ। ਸੋ ਇਹ ਜਿਹੜੀ ਗੱਲ ਆ ਕਿ ਸੰਘਰਸ਼ ਜਿਹੜਾ ਵਾ ਉਹ ਮਾਵਾਂ ਨੇ ਜਿਨ੍ਹਾਂ ਦੁੱਧ ਚੰਗਾਏ ਆ ਨਾ ਪੁੱਤਾਂ ਨੂੰ, ਉਹਨਾਂ ਬਾਣੀ ਜਿਹੜੀ ਪੜ੍ਹੀ ਆ, ਜਦੋਂ ਆਟਾ ਗੁੰਨ ਕੇ ਮਾਂ ਨੇ ਗਫਾ ਛਕਾਇਆ ਵਾ ਪੁੱਤ ਨੂੰ, ਉਹਨੇ ਸਤਿਨਾਮ ਵਾਹਿਗੁਰੂ ਨਾਲ ਜਪਿਆ ਵਾ, ਤੇ ਕੀ ਉਹ ਸਾਡੇ ਲਹੂ 'ਚੋਂ ਮਿਟ ਥੋੜ੍ਹਾ ਜਾਣੀ ਆ ਗੱਲ। ਸੋ ਇਹ ਕੁੱਲ ਮਿਲਾ ਕੇ ਜਿਹੜੀ ਪੁਰਾਤਨਤਾ, ਕੋਈ ਅੱਜ ਵੇਸਲਾ ਹੋ ਕੇ ਇਹ ਕਹਿ ਦੇ ਕਿ ਮੈਂ ਧਰਮ ਛੱਡਿਆ ਜਾਂ ਮੈਂ ਸਿੱਖੀ ਤਿਆਗੀ, ਸਿੱਖੀ ਨੇ ਤਾਂ ਨਹੀਂ ਨਾ ਉਹਨੂੰ ਤਿਆਗਿਆ। ਜੇ ਉਹਦੇ ਜਜ਼ਬਾਤਾਂ ਨੂੰ ਕੋਈ ਜਗਾਵੇ, ਉਹਨੂੰ ਕੋਈ ਚੋਭ ਮਾਰੇ, ਕੋਈ ਤਿੱਖੀ ਜਿਹੜੀ ਆ ਨਾ ਅਣੀ ਕੋਈ ਚੋਭੇ ਨਾ, ਜਿਵੇਂ ਤੀਰ ਦੇ ਅੱਗੇ ਅਣੀ ਹੁੰਦੀ ਆ, ਉਹ ਜਿੰਨਾ ਚਿਰ ਕੋਈ ਚੋਭ ਲਾਉਣ ਵਾਲਾ ਨਾ ਟੱਕਰੇ, ਉਹ ਅਣੀ ਲਾਈ ਨੌਜਵਾਨੀ ਨੂੰ ਸੰਤ ਜਰਨੈਲ ਸਿੰਘ ਨੇ। ਉਹ ਵੇਖੋ ਕਿ ਕਿਵੇਂ ਨੌਜਵਾਨੀ ਜਾਗੀ, ਤੁਹਾਡੇ ਜਜ਼ਬਾਤਾਂ ਨੂੰ ਕੋਈ ਜਗਾ ਦੇਵੇ। ਕੋਈ ਸਿਰਾਂ ਤੋਂ ਕੇਸ ਕਿਸੇ ਨੇ ਕਤਲ ਕੀਤੇ ਹੋਣ ਨੌਜਵਾਨ ਦੇ, ਤੇ ਉਹਨੂੰ ਜਿਹੜਾ ਕਹਿ ਰਿਹਾ ਵੀ ਨੌਜਵਾਨਾਂ ਕੇਸ ਰੱਖ, ਉਹਦੀ ਕੋਈ ਆਪਣੀ ਕਰਤੂਤ ਹੋਵੇ ਤਾਂ ਫਿਰ ਨੌਜਵਾਨ ਕੇਸ ਰੱਖ ਲੈਂਦੇ ਆ। ਕੋਈ ਸਮਾਂ ਸੀ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜਾ ਪੇੜ ਪੰਜਾਬ ਦਾ ਸਾਂਭਿਆ, ਉਹਨਾਂ ਨੇ ਧਰਮ ਦੀ ਜਾਗਰਤੀ ਲਿਆਂਦੀ, ਤੇ ਉਹ ਪੇੜ ਬਣਾ ਗਏ ਸਨ ਜਿਸ ਨੂੰ ਅੱਗੇ ਲਗਾਤਾਰ ਸੰਤ ਜਰਨੈਲ ਸਿੰਘ ਜੀ ਨੇ ਤੋਰਿਆ। ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ, ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਗਾ। ਸੋ ਉਹ ਇੱਕ ਥਾਂ ਤੇ ਬਚਨ ਮੈਂ ਸੁਣਿਆ ਕਿ ਉਹ ਕਹਿੰਦੇ, ਜਦੋਂ ਤੂੰ ਸਿੱਖਾ ਸਿਰ ਤੇ ਕੰਘਾ ਕਰਦਾ ਨਾ ਰਾਤ ਨੂੰ, ਦਸਤਾਰ ਖੋਲ ਕੇ ਫਿਰ ਸਜਾਉਂਦਾ ਸਿੱਖ ਕੇਸ ਕੀ ਸਜਾਉਂਦਾ, ਉਹ ਕਹਿੰਦੇ ਉਸ ਵੇਲੇ ਕੰਘਾ ਕਰਦੇ ਸੋਚਿਆ ਕਰ ਕਿ ਅੱਜ ਪੰਥ ਵਾਸਤੇ ਕੀ ਕੀਤਾ। ਸੋ ਇਹ ਜਿਹੜਾ ਪੰਥ ਆ, ਪੰਜਾਬ ਆ, ਇਹਨਾਂ ਨੂੰ ਤੁਸੀਂ ਵੱਖ ਕਰਕੇ ਨਹੀਂ ਵੇਖ ਸਕਦੇ। ਇਸੇ ਤਰ੍ਹਾਂ ਸਿੱਖੀ ਤੇ ਕਿਸਾਨੀ ਨੂੰ ਤੁਸੀਂ ਵੱਖ ਕਰਕੇ ਨਹੀਂ ਵੇਖ ਸਕਦੇ। ਇਹ ਇੰਟਰਕਨੈਕਟਡ ਨੇ। ਜਿਵੇਂ ਮੰਜੇ ਦਾ ਵਾਣ ਹੁੰਦਾ ਨਾ, ਆਪਸ ਦੇ ਵਿੱਚ ਕੱਸਿਆ ਹੁੰਦਾ, ਤੇ ਉਹ ਤੁਸੀਂ ਉਹਨੂੰ ਦੇੜਨ ਤੁਰ ਪਾਓ ਤੇ ਮੰਜਾ ਨਹੀਂ ਬਚਣਾ। ਸੋ ਇਹ ਜਿਹੜੇ ਲੋਕ ਆਤਮਘਾਤੀ ਨਜ਼ਰੀਆ ਰੱਖਦੇ ਆ, ਧਰਮ ਵੱਖਰੀ ਚੀਜ਼ ਹੁੰਦਾ ਜੀ, ਤੇ ਕੀ ਕੋਈ ਧਰਮ ਆਪਣਾ ਘਰ ਛੱਡ ਕੇ ਕਿਸੇ ਮੋਰਚੇ ਸ਼ਾਮਲ ਹੋਵੇ? ਜੇ ਤੁਸੀਂ ਇਹ ਸ਼ਰਤ ਰੱਖੋਗੇ ਤੇ ਮੋਰਚਿਆਂ ਤੇ ਆਊ ਕੌਣ? ਤੁਸੀਂ ਬਲ ਕਿੱਥੋਂ ਲੈਣਾ? ਜਿੱਥੋਂ ਤਾਕਤ ਮਿਲ ਰਹੀ ਆ, ਹੁਣ ਬਿਜਲੀ ਘਰ ਆ, ਬਿਜਲੀ ਘਰ ਦੀਆਂ ਤੁਸੀਂ ਤਾਰਾਂ ਕੱਟ ਦਿਓ ਤੇ ਕਹੋ ਜੀ ਇਹ ਲਾਟੂ ਨਹੀਂ ਜਗ ਰਿਹਾ। ਸੋ ਲਾਟੂ ਜਿਹੜਾ ਵਾ ਇਹ ਐਗਜ਼ਾਮਪਲ ਕਿਤੇ ਨਾ ਕਿਤੇ ਫੌਜ ਤੇ ਵੀ ਅਸੀਂ ਲੈ ਸਕਦੇ ਹਾਂ ਕਿ ਫੌਜ ਦੇ ਵਿੱਚ ਹਰ ਧਰਮ ਦੇ ਬੰਦੇ ਨੂੰ ਉਹਦਾ ਧਰਮ ਜਿਹੜਾ ਮੰਨਣ ਦੀ ਇਜਾਜ਼ਤ ਹੈ। ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਤਾਂ ਸਿੱਖ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਨੇ, ਜਿੱਥੇ ਜਿੱਤਦੇ ਨੇ ਉੱਥੇ ਨਿਸ਼ਾਨ ਸਾਹਿਬ ਗੱਡਦੇ ਨੇ। ਉੱਥੇ ਫਿਰ ਕਿੱਦਾਂ ਦੇਖਿਆ ਜਾਂਦਾ ਹੈ ਇਸ ਨੂੰ, ਜੇ ਅਸੀਂ ਭਾਰਤ ਸਰਕਾਰ ਦੀ ਗੱਲ ਕਰ ਲਈਏ ਤਾਂ? ਵੇਖੋ, ਮੈਂ ਉੱਤੇ ਬਹੁਤੀ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਮੇਰਾ ਆਪਣੀ ਕੌਮ ਲਈ, ਆਪਣੇ ਲੋਕਾਂ ਵੱਲੋਂ ਨਿਸ਼ਕਾਮ ਰੂਪ ਦੇ ਵਿੱਚ ਜਿੱਤਾਂ ਦਰਜ ਕਰਾਉਣ 'ਚ ਯਕੀਨ ਆ। ਜਿਹੜੀਆਂ ਸ਼ਹਾਦਤਾਂ ਕੌਮ ਦੇ ਲਈ ਹੋਈਆਂ, ਠੀਕ ਆ, ਜਿਹੜੇ ਕੋਈ ਭਾਰਤੀ ਫੌਜ ਦੇ ਵਿੱਚ ਸਿੱਖ ਭਰਤੀ ਹੁੰਦੇ ਆ, ਉਹਨਾਂ ਦੀ ਡਿਊਟੀ ਆ, ਉਹ ਕੀ ਕਰ ਰਹੇ ਆ, ਮੈਂ ਕੋਈ ਉੱਤੇ ਬਹੁਤੀ ਟਿੱਪਣੀ ਨਹੀਂ ਕਰਨੀ। ਹਾਂ ਠੀਕ ਆ, ਜਦੋਂ ਤੋਂ ਇਹ ਸਾਡੇ ਨੌਜਵਾਨਾਂ ਨੂੰ, ਸਿੱਖ ਫੌਜੀਆਂ ਨੂੰ 1999 ਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਵਾਲੀ ਜਿਹੜੀ ਗੱਲ ਆ ਉਹ ਤੁਰੀ ਹਥਿਆਰਬੰਦ ਰੂਪ ਦੇ ਵਿੱਚ,
ਤੇ ਬੜੀ ਸ਼ਾਤਰਤਾ ਦੇ ਨਾਲ ਸਾਡੇ ਸਿੱਖ ਫੌਜੀਆਂ ਨੂੰ ਜਿਹੜੇ ਫੌਜ 'ਚ ਭਰਤੀ ਹੋਏ ਆ, ਰੁਜ਼ਗਾਰ ਕੋਈ ਬਹੁਤਾ ਨਹੀਂਗਾ। ਸਾਡੇ ਕਿਸਾਨਾਂ ਦੇ ਪੁੱਤ ਬਹੁਤੇ ਆ, ਹੋਰ ਲਾਲਿਆਂ ਦੇ ਨਹੀਂ ਹੋਣੇ ਉੱਚ ਭਰਤੀ। ਉਹ ਜਦੋਂ ਭਰਤੀ ਹੁੰਦੇ ਆ ਤੇ ਉਹ ਬਾਲਣ ਜਿਹੜਾ ਨਾ ਉਹ ਇੱਕ ਹਿੰਦੂ ਸਟੇਟ ਦਾ ਤਰੀਕਾ ਕਿ ਮੁਸਲਮਾਨਾਂ ਦੇ ਨਾਲ ਸਿੱਖ ਲੜਾਉਣੇ ਆ। ਇੱਕ ਉਹਨਾਂ ਦੀ ਮਜਬੂਰੀ ਵੀ ਆ ਕਿ ਉੱਥੇ ਜਿਹੜੀ ਬਹਾਦਰੀ ਆ ਨਾ, ਇਹ ਕੌਮ ਬਹਾਦਰ ਆ ਸਾਡੀ। ਜਿਹੜੀ ਸਿੱਖ ਫੌਜੀਆਂ ਦੀ ਗੱਲ ਜਿੱਥੇ ਆਉਂਦੀ ਆ ਤਾਂ ਕਸ਼ਮੀਰ ਦੇ ਵਿੱਚ ਜਿਹੜਾ ਸਿੱਖ ਫੌਜੀ ਉਹਨਾਂ ਨੂੰ ਬਾਲਣ ਬਣਾਇਆ ਜਾਂਦਾ, ਉਸ ਲੜਾਈ ਦਾ ਬਾਲਣ ਬਣਾ ਕੇ ਰੱਖਿਆ ਹੋਇਆ। ਸਾਨੂੰ ਦੁੱਖ ਹੁੰਦਾ ਜਦੋਂ ਲਾਸ਼ਾਂ ਪੰਜਾਬ 'ਚ ਆਉਂਦੀਆਂ। ਸੋ ਜਿਹੜੇ ਲੋਕ ਰਾਜ ਭਾਗ ਕਰ ਰਹੇ ਆ ਉਹਨਾਂ 'ਚੋਂ ਕਿੰਨੇ ਕੁ ਲੋਕ ਜੰਗ 'ਚ ਸ਼ਾਮਲ ਹੁੰਦੇ ਆ, ਉਹ ਤੁਹਾਨੂੰ ਦਿਸਦਾ ਸਾਰਾ ਕੁਝ ਸਾਹਮਣੇ ਆ ਜੀ। ਸੋ ਆਖਰੀ ਸਵਾਲ ਮੇਰਾ ਇਹੀ ਹੈ ਕਿ ਜਿੱਦਣ ਜਿੱਤ ਹੁੰਦੀ ਹੈ ਉਸ ਤੋਂ ਬਾਅਦ ਬਿਆਨ ਆਉਂਦੇ ਨੇ ਕੁਝ ਕਿਸਾਨ ਆਗੂਆਂ ਦੇ ਕਿ ਬੈਠਕ ਹੋਣੀ ਚਾਹੀਦੀ ਸੀਗੀ ਸਾਡੇ ਨਾਲ। ਉਸ ਤੋਂ ਬਾਅਦ ਬਿਆਨ ਜਿਹੜਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਉਣਾ ਚਾਹੀਦਾ ਸੀਗਾ, ਮੀਟਿੰਗ ਹੁੰਦੀ ਇੱਕ। ਤਾਂ ਕੀ ਲੱਗਦਾ ਹੈ ਕਿ ਜਿਹੜਾ ਸਿਹਰਾ ਸੀਗਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਵਾਲੇ ਦਿਨ ਜਿਹੜਾ ਕਿਸਾਨਾਂ ਦੇ ਸਿਰ ਵੀ ਵੱਜਿਆ, ਸਿੱਖਾਂ ਦੇ ਸਿਰ, ਔਰ ਸਭ ਤੋਂ ਪਹਿਲਾਂ ਤਾਂ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਇਹਨੂੰ ਕਿੱਦਾਂ ਦੇਖਦੇ ਹੋ? ਇਹ ਗੱਲ ਤਕਰੀਬਨ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਪਰ ਇਹਨੂੰ ਜੇ ਹੋਰ ਵਿਆਖਿਆ ਵੀ ਦੇਣੀ ਹੋਵੇ ਇਸ ਗੱਲ ਨੂੰ ਕਿ ਠੀਕ ਆ, ਇਹ ਜਿਹੜੀ ਜਿੱਤ ਆ ਉਹਨੂੰ ਮਹਿਸੂਸ ਕਰਨਾ ਚਾਹੀਦਾ। ਠੀਕ ਆ, ਜੇ ਉਹਨੇ ਸੱਦਿਆ ਨਹੀਂ ਸੱਦਿਆ, ਅਸੀਂ ਆਪਣੀ ਜਿੱਤ ਚਾਹੁੰਦੇ ਸਾਂ। ਤੇ ਇਹ ਕਹਿਣਾ ਜੀ ਸਾਨੂੰ ਮੀਟਿੰਗਾਂ 'ਚ ਸੱਦ, ਉਹ ਬੇਲੋੜੀ ਜੀ ਗੱਲ ਆ। ਨਾ ਵੀ ਸੱਦੇ ਕੀ ਫਰਕ ਪੈਂਦਾ, ਆਪਣੀ ਜੁਰਤ 'ਚ ਰਹਿਣ। ਇਕੱਲਾ ਇਹ ਜ਼ਰੂਰੀ ਨਹੀਂਗਾ ਕਿ ਉਹ ਬੰਦਾ ਤੁਹਾਨੂੰ ਸਾਹਮਣੇ ਟੇਬਲ 'ਤੇ ਬਿਠਾਵੇ ਤੇ ਅਸੀਂ ਤਾਂ ਹੀ ਜਿੱਤ ਆਪਣੀ ਪ੍ਰਵਾਨ ਕਰਨੀ। ਸਗੋਂ ਉਹ ਉਸ ਦਿਨ ਦੇ ਉੱਤੇ ਸਿੱਖੀ ਦੇ ਜਨਮਦਾਤੇ ਦੇ ਪੁਰਬ ਦੇ ਉੱਤੇ ਜਿਹੜੀ ਗੱਲ ਜਿੱਤ ਸਾਹਮਣੇ ਆਈ ਆ, ਸੋ ਉਸ ਗੱਲ ਨੂੰ ਵਧਾਉਣਾ ਚਾਹੀਦਾ। ਸੋ ਇਹ ਤਾਂ ਇਹਨਾਂ ਦਾ ਕੋਈ ਨਿੱਜੀ ਹੋ ਸਕਦਾ ਜੀ। ਸੋ ਬਿਲਕੁਲ ਸਾਡੇ ਨਾਲ ਮੌਜੂਦ ਸਨ ਭਾਈ ਪੱਪਲਪ੍ਰੀਤ ਸਿੰਘ, ਔਰ ਇਸ ਸਾਰੇ ਹੀ ਮੋਰਚੇ ਨੂੰ ਕਿਸ ਪ੍ਰਕਾਰ ਜਿੱਤਿਆ ਗਿਆ, ਪਿੱਛੇ ਕੀ ਤਾਕਤ ਸੀਗੀ, ਸਾਡਾ ਇਤਿਹਾਸ ਕੀ ਕਹਿੰਦਾ ਹੈ, ਉਹ ਸਾਰੀਆਂ ਗੱਲਾਂ ਦੇ ਉੱਪਰ ਬਹੁਤ ਹੀ ਬਰੀਕੀ ਦੇ ਨਾਲ ਇਹਨਾਂ ਨੇ ਦੱਸਿਆ। ਔਰ ਅੱਜ ਜਿਹੜੇ ਕਿਸਾਨ ਨੇ ਉਹ ਫਤਿਹ ਹੋਣ ਦੇ ਕਰੀਬ ਨੇ, ਕੁਝ ਮੰਗਾਂ ਜਿਹੜੀਆਂ ਰਹਿ ਗਈਆਂ ਨੇ, ਪਰੰਤੂ ਬਹੁਤ ਕੁਝ ਜਿਹੜਾ ਆ ਉਹ ਅਜੇ ਲੈਣਾ ਬਾਕੀ ਹੈ। ਸੋ ਉਹਦੇ ਲਈ ਸੰਘਰਸ਼ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਜਾਂ ਪੰਜਾਬ 'ਚ ਵਸਦੇ ਲੋਕਾਂ ਨੂੰ ਕਰਨਾ ਹੀ ਪੈਣਾ।